हाँ जी, किद्दां हो जी सारे। सत श्री अकाल जी सारिਆਂ ਨੂੰ। ਪ੍ਰੋਫੈਸਰ ਸਿਮਰਨਜੀਤ ਸਿੰਘ ਦੀ ਕਲਾਸ ਵਿੱਚ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਆਪਾਂ ਦੇਖੋ ਜੀ ਗੱਲ ਕਰ ਰਹੇ ਸੀ ਸਾਹਿਤ ਦੇ ਰੂਪਾਂ ਦੀ। ਉਹਨਾਂ ਦੇ ਵਿੱਚੋਂ ਆਪਾਂ ਇੱਕ ਕਾਫੀ ਰੂਪ ਹੈ ਜਿਹੜਾ ਉਹ ਪੜ੍ਹਿਆ ਸੀਗਾ। ਹੁਣ ਆਪਾਂ ਗੱਲ ਕਰਦੇ ਹਾਂ ਜੀ ਵਾਰ ਹੈ ਜਿਹੜਾ ਸਾਹਿਤ ਦਾ ਰੂਪ, ਅਤੇ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਜੀ। ਇਹਦੇ ਵਿੱਚ ਦੇਖੋ ਕੰਮ ਦੀ ਗੱਲ ਕੀ ਹੈ। ਸਭ ਤੋਂ ਪਹਿਲੀ ਗੱਲ ਹੈ ਜਿਹੜੀਆਂ ਇਹਦੇ ਵਿੱਚ ਬੇਸਿਕ ਗੱਲਾਂ ਉਹ ਆਪਾਂ ਧਿਆਨ ਦੇ ਵਿੱਚ ਰੱਖਣੀਆਂ। ਦੇਖੋ ਜੀ ਪ੍ਰਸ਼ਨ ਪੁੱਛੂਗਾ ਅਤੇ ਬੇਸਿਕ ਗੱਲਾਂ 'ਚੋਂ ਹੀ ਪੁੱਛੂਗਾ, ਉਦੋਂ ਪਾਸੇ ਨਹੀਂ ਪੁੱਛਣਾ ਉਹਨੇ। ਦੇਖੋ ਕੀ ਕੀ ਪੁੱਛ ਸਕਦਾ ਹੈ ਜੀ। ਸਭ ਤੋਂ ਪਹਿਲੀ ਗੱਲ ਦੇਖੋ ਜੀ ਵਾਰ ਸ਼ਬਦ ਆਪਾਂ ਬਹੁਅਰਥਕ ਸ਼ਬਦ ਪੜ੍ਹੇ ਹੈ ਜੀ, ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਉਹ ਵੀ ਮੈਨੂੰ ਲੱਗਦਾ ਤੁਸੀਂ ਪੜ੍ਹ ਰਹੇ ਹੋਵੋਗੇ। ਉਹਦੇ ਵਿੱਚ ਦੇਖਿਆ ਹੋਣਾ ਜੀ ਤੁਸੀਂ ਵੀ ਜਿਹੜਾ ਬਹੁਅਰਥਕ ਸ਼ਬਦਾਂ ਦੇ ਵਿੱਚ ਆਪਾਂ ਵਾਰ ਦਾ ਵੀ ਬਹੁਅਰਥਕ ਸ਼ਬਦਾਂ ਦੇ ਵਿੱਚ ਕੀਤਾ ਸੀ, ਹੈ ਨਾ। ਵੀ ਵਾਰ ਸ਼ਬਦ ਕਿਵੇਂ ਵੱਖ-ਵੱਖ ਰੂਪਾਂ ਦੇ ਵਿੱਚ ਆ ਕੇ ਅਰਥ ਬਦਲਣ ਦੀ ਆਪਣੀ ਉਹਦੀ ਇੱਕ ਐਬਿਲਿਟੀ ਹੈ। ਵਾਰ ਸ਼ਬਦ ਦੀ ਗੱਲ ਕਰ ਲਈ ਸੀ ਆਪਾਂ। ਹੁਣ ਦੇਖੋ ਜੀ ਬਹੁਅਰਥਕ ਜਿਹੜਾ ਹੈਗਾ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਉਹਦੇ ਵਿੱਚ ਵੀ ਸਾਡਾ ਜਿਹੜਾ ਵਾਰ ਸ਼ਬਦ ਹੈ ਉਹ ਆਉਂਦਾ ਹੈ। ਆਹ ਜਿਹੜੀ ਲਾਈਨ ਲਿਖੀ ਹੈ ਨਾ, ਜਿਹੜੀ ਮੈਂ 3 ਨੰਬਰ 'ਤੇ ਯੋਧਿਆਂ ਦੀ ਪ੍ਰਸ਼ੰਸਾ ਵਿੱਚ ਗਾਈ ਜਾਣ ਵਾਲੀ ਕਵਿਤਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਵਾਰ। ਸੋ ਇਹਦਾ ਮਤਲਬ ਕੀ ਹੈ ਜੀ, ਵਾਰ ਦਾ ਸੰਬੰਧ ਹੈਗਾ ਜਿਹੜਾ ਸਾਡੇ ਵੀਰ ਲੋਕ ਨੇ, ਹੈ ਨਾ, ਸੂਰਮੇ ਲੋਕ, ਠੀਕ ਹੈ ਜੀ, ਉਹਨਾਂ ਦੇ ਨਾਲ ਹੈ ਜੀ ਸੰਬੰਧ। ਮਤਲਬ ਜੰਗਾਂ ਯੁੱਧਾਂ ਦੇ ਨਾਲ ਸੰਬੰਧ ਹੈ ਜੀ ਇਹਦਾ। ਇਹਦਾ ਮਤਲਬ ਇਹ ਹੈ ਕਿ ਇਹ ਵੀਰ ਰਸ ਦੇ ਵਿੱਚ ਲਿਖੀ ਗਈ ਹੋਊਗੀ, ਹੈ ਨਾ, ਕਿਉਂਕਿ ਜੰਗਾਂ ਯੁੱਧਾਂ ਦੇ ਵਿੱਚ ਜ਼ਿਆਦਾਤਰ ਵੀਰ ਰਸ ਦਾ ਇਸਤੇਮਾਲ ਹੋਇਆ ਜੀ। ਇਹ ਵੀ ਆਪਾਂ ਗੱਲ ਕਰਾਂਗੇ ਜੀ। ਹੁਣ ਦੇਖੋ ਜੀ ਗੱਲ ਕੀ ਹੈ। ਸਭ ਤੋਂ ਪਹਿਲਾਂ ਤਾਂ ਇਹ ਹੈਗਾ ਜੀ ਸਾਹਿਤ ਦਾ ਇੱਕ ਰੂਪ। ਸਭ ਤੋਂ ਪਹਿਲੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ ਵੀ ਸਾਹਿਤ ਦੇ ਜਿਵੇਂ ਕਵਿਤਾ, ਨਾਵਲ, ਨਾਟਕ, ਕਹਾਣੀ ਅਤੇ ਆਪਣੇ ਮਹਾਂਕਾਵਿ ਹੋ ਗਿਆ ਜੀ। ਸੋ ਉਸ ਤੋਂ ਬਾਅਦ ਜਿਵੇਂ ਨਿੱਕੀ ਕਹਾਣੀ, ਜਿਵੇਂ ਰੇਖਾ ਚਿੱਤਰ, ਐਵੇਂ ਕਰਕੇ ਇਹ ਜਿਹੜੇ ਨੇ ਇਹ ਸਾਡੇ ਸਾਹਿਤ ਦੇ ਰੂਪ ਨੇ। ਸਾਹਿਤ ਕਈ ਰੂਪਾਂ ਦੇ ਵਿੱਚ ਆਪਾਂ ਸਾਹਿਤ ਨੂੰ ਪੜ੍ਹਦੇ ਹਾਂ, ਉਹਨਾਂ ਦੇ ਵਿੱਚੋਂ ਇੱਕ ਰੂਪ ਹੈ ਜੀ ਵਾਰ। ਸੋ ਵਾਰ ਹੈ ਜੀ ਸਾਹਿਤ ਦਾ ਰੂਪ ਹੈ। ਪਹਿਲੀ ਗੱਲ ਧਿਆਨ ਦੇ ਵਿੱਚ ਰੱਖਣੀ ਹੈ। ਦੂਸਰੀ, ਇਹਦਾ ਸ਼ਾਬਦਿਕ ਅਰਥ ਕੀ ਬਣਦਾ ਹੈ ਜੀ। ਵਾਰ ਦਾ ਸ਼ਾਬਦਿਕ ਅਰਥ ਬਣਦਾ ਹੈ ਜੀ ਕਿਸੇ ਦਾ ਸਾਹਮਣਾ ਕਰਨਾ, ਹੈ ਨਾ। ਜੰਗ ਯੁੱਧ ਦੇ ਮੈਦਾਨ ਦੇ ਵਿੱਚ ਜਦੋਂ ਇੱਕ ਧਿਰ ਹੈ ਜਿਹੜੀ ਇੱਕ ਪਾਸਾ ਦੂਜੇ ਪਾਸੇ ਦੇ ਨਾਲ ਸਾਹਮਣੇ ਆਮੋ ਸਾਹਮਣੇ ਹੁੰਦੇ ਆ, ਉਹਨੂੰ ਕਹਿ ਦਿੰਦੇ ਆਪਾਂ ਸਾਹਮਣਾ ਕਰਨਾ। ਪਿੱਛੇ ਨੂੰ ਧੱਕਣਾ, ਪੁਸ਼ ਬੈਕ। ਉਸ ਤੋਂ ਬਾਅਦ ਜੀ ਪਰੇ ਹਟਾਉਣਾ, ਕਿਸੇ ਚੀਜ਼ ਨੂੰ ਰੋਕਣਾ, ਜਾਂ ਵਾਰ-ਵਾਰ ਹੋਣਾ, ਦੁਹਰਾਓ, ਰਿਪੀਟ ਹੋਵੇ ਜਦੋਂ, ਆਪਾਂ ਉਹਨੂੰ ਵੀ ਕਹਿ ਦਿੰਦੇ ਹਾਂ ਵਾਰ, ਹੈ ਨਾ। ਸੋ ਇੱਥੇ ਹੁਣ ਦੇਖੋ ਜੀ ਗੱਲ ਹੋ ਗਈ ਜੀ ਇਹਦੇ ਸ਼ਾਬਦਿਕ ਅਰਥ ਦੀ। ਤੀਸਰੀ ਗੱਲ ਮੈਂ ਲਿਖੀ ਹੈ ਜੀ ਵਾਰ ਕਹਿੰਦੇ ਕਿਹਨੂੰ ਹੈ। ਜੇ ਆਪਾਂ ਇਹਨੂੰ ਸਧਾਰਨ ਸ਼ਬਦਾਂ ਦੇ ਵਿੱਚ, ਤੁਸੀਂ ਕਹੋ ਵੀ ਸਰ ਸਾਨੂੰ ਨਾ ਸਧਾਰਨ ਸ਼ਬਦ ਦੇ ਵਿੱਚ ਦੱਸੋ ਵੀ ਵਾਰ ਕਿਹਨੂੰ ਆਉਂਦੇ ਆ। ਵਾਰ ਕਹਿੰਦੇ ਆ ਜੀ ਯੋਧਿਆਂ ਦੀ ਪ੍ਰਸ਼ੰਸਾ ਦੇ ਵਿੱਚ ਗਾਈ ਜਾਣ ਵਾਲੀ ਕਵਿਤਾ ਹੈ। ਇਹਦਾ ਮਤਲਬ ਕੀ ਹੈ ਜੀ, ਵਾਰ ਸਾਹਿਤ ਦਾ ਰੂਪ ਵੀ ਹੈ ਅਤੇ ਕਾਵਿ ਰੂਪ ਵੀ ਹੈ। ਕਵਿਤਾ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ ਜੀ। ਜਿਵੇਂ ਆਪਾਂ ਗੱਲ ਕੀਤੀ ਸੀ ਵੀ ਜਿਹੜੀ ਕਾਫੀ ਹੈ ਉਹ ਕਵਿਤਾ ਦੇ ਰੂਪ ਵਿੱਚ ਲਿਖੀ ਮਿਲਦੀ ਹੈ, ਉਵੇਂ ਪੰਜਾਬੀ ਦੇ ਵਿੱਚ ਜਿਹੜੀ ਵਾਰ ਲਿਖੀ ਹੈ ਕਿਸੇ ਯੋਧਿਆਂ ਦੀ ਪ੍ਰਸ਼ੰਸਾ ਦੇ ਵਿੱਚ, ਜਾਂ ਕਿਵੇਂ ਵੀ ਆਪਾਂ ਵਾਰਾਂ ਦੀ ਅੱਗੇ ਗੱਲ ਕਰਾਂਗੇ ਉਦੋਂ ਆਪਾਂ ਦੇਖਾਂਗੇ ਕਿ ਵਾਰ ਹੈ ਜਿਹੜੀ ਲਿਖੀ ਜਾਂਦੀ ਹੈ ਉਹ ਕਵਿਤਾ ਰੂਪ ਦੇ ਵਿੱਚ ਲਿਖੀ ਜਾਂਦੀ ਹੈ, ਪੋਇਟਰੀ ਰੂਪ ਦੇ ਵਿੱਚ, ਕਾਵਿ ਰੂਪ ਦੇ ਵਿੱਚ ਲਿਖੀ ਜਾਂਦੀ ਹੈ। ਸੋ ਇਹ ਗੱਲ ਤੁਸੀਂ ਨਾਲ ਐਡ ਕਰ ਲਿਓ ਜੀ ਕਿ ਵਾਰ ਹੈ ਜਿਹੜੀ ਸਾਡੀ ਉਹ ਕਵਿਤਾ ਰੂਪ ਦੇ ਵਿੱਚ ਲਿਖੀ ਜਾਂਦੀ ਹੈ ਜੀ। ਕਵਿਤਾ ਰੂਪ ਜਾਂ ਕਾਵਿ ਰੂਪ ਦੇ ਵਿੱਚ ਲਿਖੀ ਜਾਂਦੀ ਹੈ ਅਤੇ ਸਾਹਿਤ ਦਾ ਇੱਕ ਰੂਪ ਹੈ। ਸਾਹਿਤ ਦਾ ਰੂਪ ਦੇਖੋ ਜੀ ਕਵਿਤਾ ਵੀ ਹੈ ਨਾ, ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲੈਣਾ ਹੈ। ਅਤੇ ਸਾਹਿਤ ਦਾ ਰੂਪ ਇੱਕ ਵਾਰ ਵੀ ਹੈ, ਪਰ ਵਾਰ ਦਾ ਕੀ ਹੈ ਕਿ ਵਾਰ ਹਮੇਸ਼ਾ ਕਾਵਿ ਰੂਪ ਦੇ ਵਿੱਚ ਹੀ ਲਿਖੀ ਜਾਂਦੀ ਹੈ। ਸਾਹਿਤ ਨੂੰ ਲਿਖਣ ਦੇ 2 ਤਰੀਕੇ ਨੇ ਜੀ, ਜਾਂ ਤਾਂ ਉਹਨੂੰ ਕਾਵਿ ਰੂਪ ਦੇ ਵਿੱਚ ਲਿਖਾਂਗੇ, ਜਾਂ ਉਹਨੂੰ ਪਦ ਰੂਪ ਦੇ ਵਿੱਚ, ਜਾਂ ਉਹਨੂੰ ਗਦ ਰੂਪ ਦੇ ਵਿੱਚ। ਸੋ ਇਹ ਕੀ ਹੈ, ਪਦ ਰੂਪ ਦੇ ਵਿੱਚ ਲਿਖਿਆ ਜਾਣ ਵਾਲਾ ਹੈ ਜੀ ਵਾਰ। ਉਸ ਤੋਂ ਬਾਅਦ ਦੇਖੋ ਜੀ ਵਾਰ ਦੀ ਪਰਿਭਾਸ਼ਾ ਸਾਡੇ ਵੱਖ-ਵੱਖ ਜਿਹੜੇ ਹੋਏ ਨੇ ਵਿਦਵਾਨ, ਉਹਨਾਂ ਨੇ ਆਪੋ ਆਪਣੇ ਵਿਚਾਰਾਂ ਦੇ ਨਾਲ ਜੀ ਪਰਿਭਾਸ਼ਾ ਦਿੱਤੀ ਹੈ ਜੀ। ਭਾਈ ਕਾਹਨ ਸਿੰਘ ਨਾਭਾ ਨੇ ਦਿੱਤੀ ਹੈ ਜੀ, ਮਹਾਨ ਕੋਸ਼ ਦੀ ਰਚਨਾ ਕੀਤੀ ਹੈ। ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਕਹਿੰਦੇ ਵੀ ਸੰਸਕ੍ਰਿਤ ਦੇ ਵਰੇ ਧਾਤੂ ਤੋਂ ਵਾਰ ਸ਼ਬਦ ਦੀ ਉਤਪੱਤੀ, ਵਾਰ ਸ਼ਬਦ ਦੀ ਜਿਹੜੀ ਉਤਪੱਤੀ ਹੈ ਉਹ ਸੰਸਕ੍ਰਿਤ ਦੇ ਵਰੇ ਧਾਤੂ ਤੋਂ ਹੋਈ ਹੈ ਜੀ, ਅਤੇ ਜਿਸ ਦਾ ਅਰਥ ਹੈ ਵਾਰ ਕਰਨਾ ਜਾਂ ਵਾਰ ਰੋਕਣਾ।
एक गल होगी जी। दूसरी गल, प्रोफैसर प्यारा सिंह पदम ने किताब लिखी है जी पंजाबी वारां, बुक लिखी है। ਉਹਦੇ ਵਿੱਚ ਪ੍ਰੋਫੈਸਰ ਪਿਆਰਾ ਸਿੰਘ ਪਦਮ ਕਹਿੰਦੇ ਵੀ ਇਹਦਾ ਜਿਹੜਾ ਵਾਰ ਦਾ ਜਿਹੜਾ ਮੂਲ ਸ਼ਬਦ ਹੈ ਉਹ ਹੈਗਾ ਜੀ ਵਾਰਤਾ। ਵਾਰਤਾ ਕਹਿੰਦੇ ਜੀ ਵਾਰ ਸ਼ਬਦ ਦਾ ਮੂਲ ਹੈ, ਭਾਵ ਵਾਰ ਸ਼ਬਦ ਦੀ ਉਤਪਤੀ ਵਾਰਤਾ ਤੋਂ ਹੋਈ ਹੈ ਨਾ। ਵਾਰਤਾ ਗੱਲਬਾਤ ਕਰਨੀ, ਵਾਰਤਾ ਕਰਨੀ ਹੈ ਨਾ, ਉੱਥੋਂ ਹੋਈ ਹੈ ਜੀ। ਠੀਕ ਹੈ ਜੀ। ਜਾਂ ਦੂਸਰੇ ਸ਼ਬਦਾਂ ਦੇ ਵਿੱਚ ਜਿਵੇਂ ਜੋ ਜਿਹੜੇ ਰਾਜੇ ਮਹਾਰਾਜੇ ਸੀ ਪਹਿਲਾਂ, ਉਹਨਾਂ ਦੇ ਦਰਵਾਜ਼ਿਆਂ 'ਤੇ ਜਾਂ ਉਹਨਾਂ ਦੇ ਜਿਹੜੇ ਹੁੰਦੇ ਸੀਗੇ ਮਤਲਬ ਮਹਿਲਾਂ ਦੇ ਵਿੱਚ, ਜਾਂ ਜਿਹੜੀ ਉਹਨਾਂ ਦੀ ਸਭਾ ਲੱਗਦੀ ਸੀ ਰਾਜਿਆਂ ਮਹਾਰਾਜਿਆਂ ਦੀ, ਉਹਦੇ ਵਿੱਚ ਕੀ ਹੁੰਦਾ ਸੀਗਾ ਕਿ ਢਾਡੀ ਲੋਕ ਜਾਂ ਭੱਟ ਲੋਕ ਆਉਂਦੇ ਹੁੰਦੇ ਸੀ ਗਾਉਣ। ਸੋ ਉਹ ਜਦੋਂ ਗਾਉਂਦੇ ਹੁੰਦੇ ਸੀਗੇ ਅਤੇ ਉਹਨਾਂ ਦੀ ਜਿਹੜੀ ਉਹ ਗਾਉਣ ਦੀ ਸ਼ੈਲੀ, ਗਾਉਣ ਦਾ ਤਰੀਕਾ, ਉਹਨੂੰ ਕਹਿ ਦਿੱਤਾ ਜਾਂਦਾ ਸੀ ਵਾਰਤਾ। ਸੋ ਉਹਦੇ ਵਿੱਚ ਵਾਰਤਾ ਜਿਹੜਾ ਉਹ ਇਹ ਪ੍ਰੀਤਮ ਪਿਆਰਾ ਸਿੰਘ ਪਦਮ ਕਹਿੰਦਾ ਵੀ ਜਿਹੜਾ ਵਾਰ ਸ਼ਬਦ ਹੈ ਉਹ ਵਾਰਤਾ ਤੋਂ ਉਤਪੰਨ ਹੋਇਆ ਹੈ ਜੀ। ਉਸ ਤੋਂ ਬਾਅਦ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਕਿਹਾ ਹੈ, ਉਹਨਾਂ ਦੀ ਦੇਖੋ ਜੀ ਪੁਸਤਕ ਦਾ ਨਾਮ ਹੈ ਵੀਰ ਕਾਵਿ ਦੀ ਉਤਪੱਤੀ ਅਤੇ ਵਿਕਾਸ। ਉਹਦੇ ਵਿੱਚ ਉਹਨਾਂ ਨੇ ਵਾਰ ਸ਼ਬਦ ਦੇ 6 ਪ੍ਰਕਾਰ ਦੇ ਨਾਲ ਅਰਥ ਦਿੱਤੇ ਹੈ ਜੀ। 6 ਪ੍ਰਕਾਰ ਦੇ ਅਰਥ ਦਿੱਤੇ ਆ ਉਹਨਾਂ ਨੇ। ਉਹ ਕਹਿੰਦੇ ਵੀ ਦੇਖੋ, ਸਭ ਤੋਂ ਪਹਿਲੀ ਗੱਲ ਤੁਸੀਂ ਆਹ ਜਿਹੜੀ ਭਾਈ ਕਾਹਨ ਸਿੰਘ ਨਾਭਾ ਵਾਲੀ ਇਹ ਧਿਆਨ ਦੇ ਵਿੱਚ ਰੱਖਣੀ ਹੈ ਵੀ ਸੰਸਕ੍ਰਿਤ ਦੇ ਵਰੇ ਧਾਤੂ ਤੋਂ ਵਾਰ ਸ਼ਬਦ ਦੀ ਉਤਪੱਤੀ ਹੋਈ ਹੈ ਜੀ। ਅਗਰ ਪੁੱਛ ਲਵੇ ਕਿ ਵਾਰ ਸ਼ਬਦ ਹੈ ਜਿਹੜਾ ਉਹ ਕਿੱਥੋਂ ਉਤਪੰਨ ਹੋਇਆ, ਤੁਸੀਂ ਕਹੋ ਜੀ ਸੰਸਕ੍ਰਿਤ ਭਾਸ਼ਾ ਤੋਂ ਉਤਪੰਨ ਹੋਇਆ ਵਾਰ ਸ਼ਬਦ। ਧਿਆਨ ਰੱਖਿਓ, ਵਾਰ ਕਾਵ ਨਹੀਂ, ਵਾਰ ਸ਼ਬਦ ਜਿਹੜਾ ਇਕੱਲਾ ਸ਼ਬਦ। ਵਾਰ ਕਾਵ ਦੀ ਉਤਪੱਤੀ ਦੀ ਗੱਲ ਬਾਅਦ ਦੇ ਵਿੱਚ ਕਰਾਂਗੇ ਆਪਾਂ। ਧਿਆਨ ਰੱਖਿਓ, ਵਾਰ ਸ਼ਬਦ ਅਤੇ ਵਾਰ ਕਾਵ ਦੋਨਾਂ ਦੇ ਵਿੱਚ ਫਰਕ ਹੈ। ਹੁਣ ਦੇਖੋ ਜੀ, ਪ੍ਰੀਤਮ ਸਿੰਘ ਕਹਿੰਦਾ ਵੀ 6 ਪ੍ਰਕਾਰ ਦੇ ਨਾਲ ਇਹਦੇ ਅਰਥ ਬਣਦੇ ਆ ਜੀ। ਇੱਕ ਤਾਂ ਉਹ ਕਹਿੰਦਾ ਜੀ ਵਰੇ ਧਾਤੂ ਤੋਂ ਉਤਪੰਨ ਹੋਈ ਹੈ, ਜਿਹਦਾ ਅਰਥ ਹੈ ਵੈਰੀ, ਭਾਵ ਬਹਾਦਰ ਜਾਂ ਦੁਸ਼ਮਣ। ਕਿਉਂਕਿ ਵੈਰੀ ਹੈ ਜਿਹੜਾ ਉਹ ਬਹਾਦਰ ਵੀ ਹੋ ਸਕਦਾ ਅਤੇ ਵੈਰੀ ਦੁਸ਼ਮਣ ਤਾਂ ਹੁੰਦਾ ਹੀ ਹੈ। ਦੂਸਰੀ ਗੱਲ ਹੈ, ਦੂਸਰਾ ਅਰਥ ਉਹਨਾਂ ਨੇ ਲਿਆ ਹੈ ਵਾਰ ਸ਼ਬਦ ਤੋਂ। ਵਾਰ ਸ਼ਬਦ ਹੁੰਦਾ ਹੈ ਸਮੂਹਵਾਚੀ ਸ਼ਬਦ ਹੁੰਦਾ ਹੈ। ਜਦੋਂ ਮਤਲਬ ਕੀ ਹੈ ਕਿ ਸਮੂਹ ਦੇ ਵਿੱਚ ਯੋਧੇ ਜਿਹੜੇ ਲੜਨ ਵਾਲੇ ਨੇ ਉਹ ਸਮੂਹ ਦੇ ਵਿੱਚ ਘੋੜਿਆਂ 'ਤੇ ਚੜ੍ਹ ਕੇ ਆਉਂਦੇ, ਆਪਾਂ ਕਹਿੰਦੇ ਵਾਰ ਆ ਗਈ, ਬਹੁਤ ਵੱਡੀ ਇੱਕ ਭਾਵ ਕੀ ਹੈ ਕਿ ਸਮੂਹ ਦੇ ਵਿੱਚ ਆ ਗਏ ਬਹੁਤ ਸਾਰੇ ਲੋਕ, ਉਹਨੂੰ ਕਿਹਾ ਜੀ ਵਾਰ। ਦੂਸਰਾ ਇਹਨੇ ਕਿਹਾ ਵੀ ਇੱਥੋਂ ਇੱਕ ਵਾਰ ਸ਼ਬਦ ਦੀ ਉਤਪੱਤੀ ਹੋਈ ਹੈ। ਤੀਸਰਾ ਹੈਗਾ ਵਾਰ ਸ਼ਬਦ ਦਾ ਅਰਥ ਵਰਜਣਾ ਜਾਂ ਰੋਕਣਾ ਕਿਸੇ ਨੂੰ। ਵਰਜਣਾ ਮਤਲਬ ਕਿਸੇ ਨੂੰ ਆਪਾਂ ਕਿਸੇ ਕੰਮ ਕਰਨ ਤੋਂ ਸਟਾਪ ਕਰਨਾ, ਵਰਜਣਾ ਜਾਂ ਰੋਕਣਾ। ਇੱਕ ਹੋਰ ਉਹਨਾਂ ਨੇ ਅਰਥ ਕੀਤਾ ਜੀ ਵਾਰ-ਵਾਰ ਦੁਹਰਾਉਣਾ, ਰਿਪੀਟ ਕਰਨਾ। ਇੱਕ 5 ਨੰਬਰ ਅਰਥ ਕੀਤਾ ਹੈ ਜੀ ਬਾਰ ਜਾਂ ਦਰਵਾਜ਼ਾ। ਪ੍ਰੀਤਮ ਸਿੰਘ ਕਹਿੰਦਾ ਵੀ ਵਾਰ ਸ਼ਬਦ ਹੈ ਜਿਹੜਾ ਇਹਦਾ ਅਰਥ ਇੱਕ ਹੋਰ ਵੀ ਬਣਦਾ ਹੈ ਜੀ ਬਾਰ ਜਾਂ ਦਰਵਾਜ਼ਾ, ਜਿਹੜਾ ਆਪਾਂ ਕਹਿ ਦਿੰਦੇ ਹਾਂ। ਸੋ ਕੀ ਹੈ ਕਿ ਪਹਿਲੇ ਜ਼ਮਾਨੇ ਦੇ ਵਿੱਚ ਢਾਡੀ ਲੋਕ ਸੀ ਜਿਹੜੇ ਉਹ ਰਾਜਿਆਂ ਦੇ ਮਹਾਰਾਜਿਆਂ ਦੇ ਬਾਰਾਂ 'ਤੇ ਦਰਵਾਜ਼ਿਆਂ 'ਤੇ ਖੜ੍ਹ ਕੇ ਉਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਕੁਝ ਗੀਤ ਗਾਉਂਦੇ ਸੀਗੇ। ਇੱਕ ਉਹਨਾਂ ਨੇ ਕਿਹਾ ਹੈ ਜੀ ਪ੍ਰੀਤਮ ਸਿੰਘ ਜੀ ਨੇ ਬਾਰਹਟ ਸ਼ਬਦ, ਉਹਨਾਂ ਨੇ ਕਿਹਾ ਕਿ ਵਾਰ ਸ਼ਬਦ ਦਾ ਇੱਕ ਹੋਰ ਅਰਥ ਬਣਦਾ ਹੈ ਬਾਰਠ। ਬਾਰਠ ਆਪਾਂ ਨੂੰ ਪਤਾ ਹੀ ਹੈ ਜੀ, ਇੱਕ ਆਪਣੇ ਸਾਡੇ ਰਾਜਸਥਾਨ ਦੇ ਵਿੱਚ ਇੱਕ ਮਤਲਬ ਕੀ ਹੈ ਕਿ ਇੱਕ ਇਹੋ ਜਿਹੀ ਜਾਤੀ ਆਪਾਂ ਕਹਿ ਸਕਦੇ ਹਾਂ ਜੋ ਢਾਡੀ ਲੋਕ ਹੈ ਜੀ। ਅਤੇ ਉਹ ਢਾਡੀ ਲੋਕ ਰਾਜਿਆਂ ਦੀ ਪ੍ਰਸ਼ੰਸਾ ਦੇ ਵਿੱਚ ਕੁਝ ਗਾਇਨ ਕਰਦੇ ਨੇ, ਆਪਾਂ ਉਹਨਾਂ ਨੂੰ ਕਹਿ ਦਿੰਦੇ ਸੀ ਜੀ ਇਹ ਬਾਰਠ ਕਵੀ। ਆਪਾਂ ਪੜ੍ਹਦੇ ਹੀ ਹਾਂ, ਤੁਸੀਂ ਮੈਨੂੰ ਲੱਗਦਾ ਵੀ ਰਾਜਸਥਾਨੀ ਸਾਹਿਤ ਹੈ ਜਿਹੜਾ ਤੁਹਾਡੇ ਦਿੱਤਾ ਹੋਣਾ, ਉਹਦੇ ਵਿੱਚ ਤੁਸੀਂ ਬਾਰਹਟ ਪੜ੍ਹਿਆ ਹੀ ਹੋਣਾ। ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਹੈ ਜਿਹੜਾ, ਇਹ ਇੱਕ ਲੋਕ ਕਵੀ ਹੈ, ਸੱਭਿਆਚਾਰ ਦਾ ਕਵੀ ਹੈ ਜੀ। ਇਹ ਕਹਿੰਦਾ ਜੀ ਨਾ ਜੀ, ਵਾਰ ਸ਼ਬਦ ਦੀ ਉਤਪੱਤੀ ਇਹਨਾਂ 'ਚੋਂ ਕਿਸੇ 'ਚੋਂ ਨਹੀਂ ਹੋਈ। ਉਹ ਕਹਿੰਦਾ ਜੀ ਇਹ ਪੰਜਾਬੀ ਲੋਕ ਗੀਤ ਤੋਂ ਹੋਈ ਹੈ ਜੀ, ਵਾਰਨੇ ਤੋਂ। ਜਦੋਂ ਇੱਕ ਮੁੰਡਾ ਦੇਖੋ ਜੀ ਵਿਆਹ ਕੇ ਆਉਂਦਾ ਹੈ ਅਤੇ ਉਹਦੀ ਮਾਂ ਪਾਣੀ ਵਾਰ ਕੇ ਉਹਦੇ ਤੋਂ ਉਹ ਪਾਣੀ ਪੀਂਦੀ ਹੈ ਨਾ, ਇਹ ਇੱਕ ਹੈਗੀ ਆ ਪ੍ਰਥਾ। ਸੋ ਉਹ ਜਿਹੜਾ ਸਾਡਾ ਸੱਭਿਆਚਾਰ ਆ, ਅਤੇ ਉਦੋਂ ਫਿਰ ਨਾਲ ਨਾਲ ਗਾਉਂਦੇ ਵੀ ਆ ਪਾਣੀ ਵਾਰ ਬੰਨੇ ਦੀਏ ਮਾਏ ਨਹੀਂ ਬੰਨਾ ਤੇਰਾ ਬਾਹਰ ਖੜਾ। ਅਤੇ ਹੁਣ ਉਹ ਜਿਹੜਾ ਦੇਖੋ ਜੀ ਉਹਦੇ ਤੋਂ ਕਿਹਾ ਹੈ ਜੀ, ਇਹ ਕਹਿੰਦਾ ਜੀ ਪੰਜਾਬੀ ਲੋਕ ਗੀਤਾਂ ਤੋਂ ਉਤਪੱਤੀ ਹੋਈ ਹੈ ਜੀ ਵਾਰ ਸ਼ਬਦ ਦੀ, ਜਿਹਦਾ ਸਭ ਤੋਂ ਪਹਿਲਾਂ ਸੀ ਵਾਰ ਨੇ। ਸੋ ਇਹਨੇ ਕੀ ਕੀਤਾ, ਵਣਜਾਰਾ ਬੇਦੀ ਨੇ ਕਿਹਾ ਕਿ ਜਦੋਂ ਦੇਖੋ ਜੀ ਜਦੋਂ ਜੰਗਾਂ ਯੁੱਧਾਂ ਦੇ ਵਿੱਚ ਜਦੋਂ ਕੋਈ ਜਾਂਦਾ ਹੁੰਦਾ ਸੀ ਲੜਨ, ਅਤੇ ਉਹਦੀ ਮਾਂ ਉਹਦੇ ਤੋਂ ਵਾਰਨੇ ਕਰਦੀ ਹੁੰਦੀ ਸੀ ਵੀ ਜਿੱਤ ਕੇ ਆਈ
ਤੇ ਜਾਂ ਮਰ ਜੀ ਉੱਥੇ ਹੀ ਆਪਦੇ ਪ੍ਰਾਣ ਤਿਆਗ ਦੀ। ਇਸੇ ਕਰਕੇ ਉਹਨੂੰ ਕਿਹਾ ਜਾਂਦਾ ਸੀ ਜੀ ਵਾਰ ਨੇ। ਸੋ ਡਾਕਟਰ ਵਣਜਾਰਾ ਬੇਦੀ ਨੇ ਵਾਰ ਸ਼ਬਦ ਦੀ ਉਤਪਤੀ ਲੋਕ ਗੀਤ ਦੇ ਨਾਲ ਜੋੜਿਆ ਹੈ। ਇਸ ਨੂੰ ਲੋਕ ਗੀਤ ਹੈ ਇੱਕ ਵਾਰ ਨੇ, ਉਹਦੇ ਨਾਲ ਜੋੜ ਕੇ ਉਸਨੇ ਇਸ ਦਾ ਅਰਥ ਦਿੱਤਾ ਹੈ। ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਜੀ। ਹੁਣ ਸਾਡੇ ਸਾਹਮਣੇ ਦੇਖੋ ਕਿਹੜੀਆਂ ਕਿਹੜੀਆਂ ਗੱਲਾਂ ਨਿਕਲ ਕੇ ਆਈਆਂ ਜੀ। ਇਹਦਾ ਮਤਲਬ ਕੀ ਹੈ ਕਿ ਵਾਰ ਹੈ ਜਿਹੜੀ ਸਾਡੀ ਉਹ ਯੋਧਿਆਂ ਦੀ ਪ੍ਰਸ਼ੰਸਾ ਦੇ ਵਿੱਚ ਗਾਈ ਜਾਂਦੀ ਹੈ। ਅਤੇ ਇਹਦਾ ਮਤਲਬ ਕੀ ਹੈ, ਜਦੋਂ ਯੋਧੇ ਲੜਾਈ ਜੰਗ ਦੇ ਮੈਦਾਨ ਵਿੱਚ ਲੜਦੇ ਨੇ ਤਾਂ ਉਹ ਕਿਹੜਾ ਕਾਵਿ ਹੁੰਦਾ ਹੈ ਜੀ? ਵੀਰ ਕਾਵਿ। ਠੀਕ ਹੈ ਜੀ, ਹੈ ਨਾ। ਇਹਦਾ ਮਤਲਬ ਕੀ ਹੈ ਕਿ ਵਾਰ ਦਾ ਸੰਬੰਧ ਇੱਕ ਵੀਰ ਕਾਵਿ ਨਾਲ ਤਾਂ ਹੈ ਨਾ ਜੀ। ਇਹ ਗੱਲ ਸਾਨੂੰ ਹੁਣ ਦਿਮਾਗ ਦੇ ਵਿੱਚ ਆ ਗਈ ਵੀ ਵੀਰ ਕਾਵਿ, ਹੈ ਨਾ। ਜਿਹੜਾ ਵਾਵਾ ਉਹਨੂੰ ਪੰਜਾਬੀ ਦੇ ਵਿੱਚ ਬੱਬੇ ਨਾਲ ਲਿਖ ਕੇ ਵੀਰ ਕਾਵਿ, ਅਤੇ ਇਹਦੇ ਵਿੱਚ ਕੀ ਹੋਵੇਗਾ ਜੀ? ਰਸ ਕਿਹੜਾ ਹੋਵੇਗਾ ਜੀ? ਵੀਰ ਰਸ ਹੀ ਹੋਵੇਗਾ। ਸੋ ਵਾਰਾਂ ਦੇ ਵਿੱਚ ਜਿਹੜਾ ਰਸ ਹੁੰਦਾ ਹੈ ਉਹ ਹੁੰਦਾ ਹੈ ਜੀ ਵੀਰ ਰਸ। ਇਹ ਆਪਾਂ ਗੱਲ ਕਰਦੇ ਹਾਂ ਜੀ। ਦੇਖੋ ਜੀ ਕਿਵੇਂ ਵਾਰਾਂ ਦੋ ਪ੍ਰਕਾਰ ਦੀਆਂ ਹੁੰਦੀਆਂ, ਜਿਵੇਂ ਇੱਕ ਹੋ ਗਈ ਸਾਡੀ ਵੀਰ ਕਾਵਿ ਵਾਲੀ ਵਾਰ ਅਤੇ ਇੱਕ ਹੋ ਗਈ ਅਧਿਆਤਮਿਕ ਵਾਰ। ਇਹਨਾਂ ਦੀ ਆਪਾਂ ਗੱਲ ਕਰਦੇ ਹਾਂ ਜੀ। ਉਸ ਤੋਂ ਪਹਿਲਾਂ ਆਪਾਂ ਦੇਖੋ ਧਿਆਨ ਦੇ ਵਿੱਚ ਰੱਖਣੀ ਆ ਵੀ ਵਾਰ ਹੈ ਜਿਹੜੀ ਉਹ ਹਮੇਸ਼ਾ ਕਵਿਤਾ ਰੂਪ ਦੇ ਵਿੱਚ ਰਚੀ ਜਾਂਦੀ ਹੈ। ਹੁਣ ਇੱਕ ਸਭ ਤੋਂ ਇੰਪੋਰਟੈਂਟ ਗੱਲ ਸੁਣ ਲਓ। ਤੁਸੀਂ ਹੁਣ ਕਹੋਗੇ ਵੀ ਸਰ ਪੰਜਾਬੀ ਦੇ ਵਿੱਚ ਇਹ ਜਿਹੜੀ ਵਾਰ ਹੈ ਇਹ ਕਵਿਤਾ ਰੂਪ ਦੇ ਵਿੱਚ ਕਿੱਥੋਂ ਆਈ ਹੈ ਜੀ? ਕਵਿਤਾ ਰੂਪ ਦੇ ਵਿੱਚ ਇਹਨੂੰ ਕਾਵਿ ਰੂਪ ਦੇ ਵਿੱਚ ਲਿਖਣਾ ਜਿਹੜਾ ਇਹ ਕਿਹਨੇ ਸ਼ੁਰੂ ਕੀਤਾ? ਦੇਖੋ ਜੀ ਵਾਰ ਕਵਿਤਾ ਦੇ ਰੂਪ ਵਿੱਚ ਪੰਜਾਬੀ ਦੇ ਵਿੱਚ ਇਹ ਪੰਜਾਬੀ ਤੋਂ ਹੀ ਉਤਪੰਨ ਹੋਈ ਹੈ। ਇਹ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣਾ। ਦੇਖੋ ਜੀ ਵਾਰ ਸ਼ਬਦ ਹੈ ਜਿਹੜਾ ਉਹ ਤਾਂ ਉਤਪੰਨ ਹੋਇਆ ਜੀ ਸੰਸਕ੍ਰਿਤ ਭਾਸ਼ਾ ਤੋਂ, ਪਰ ਜਿਹੜਾ ਵਾਰ ਕਾਵਿ ਹੈ, ਵਾਰ ਕਾਵਿ ਦੀ ਆਪਾਂ ਗੱਲ ਕਰਦੇ ਹਾਂ, ਹੈ ਨਾ। ਵਾਰ ਕਵਿਤਾ ਜਿਹੜੀ ਲਿਖੀ ਹੋਈ ਹੈ ਪੰਜਾਬੀ ਸਾਹਿਤ ਦੇ ਵਿੱਚ, ਜਿਹੜੀ ਕਵਿਤਾ ਲਿਖੀ ਹੋਈ ਹੈ ਵਾਰ, ਜਿਹੜੀ ਵੀਰ ਰਸੀ ਕਵਿਤਾ ਹੈ, ਵਾਰ ਕਾਵਿ ਉਹਨੂੰ ਕਹਿੰਦੇ ਆ। ਉਹ ਲਿਖਿਆ ਹੋਇਆ ਹੈ ਜਿਹੜਾ ਉਹ ਪੰਜਾਬੀ ਦਾ ਆਪਣਾ ਕਾਵਿ ਹੈ। ਪੰਜਾਬੀ ਦਾ ਆਪਣਾ ਕਾਵਿ ਹੈ ਜੀ, ਆਪਣਾ ਕਾਵਿ ਹੈ ਜੀ, ਹੈ ਨਾ। ਜਿਵੇਂ ਆਧੁਨਿਕ ਸਾਡੀ ਪੰਜਾਬੀ ਦੀ ਜਿਹੜੀ ਕਵਿਤਾ ਹੈ ਉਹਦੇ ਉੱਪਰ ਅੰਗਰੇਜ਼ੀ ਦਾ ਪ੍ਰਭਾਵ ਹੈ ਨਾ। ਸੋ ਅੰਗਰੇਜ਼ੀ ਤੋਂ ਲਈ ਗਈ ਹੈ। ਆਧੁਨਿਕ ਜਿਹੜੀ ਨਿੱਕੀ ਕਵਿਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਸੇ ਪ੍ਰਕਾਰ ਨਾਲ ਜਿਹੜੇ ਪੰਜਾਬੀ ਦੇ ਵਿੱਚ ਨਾਵਲ, ਨਾਟਕ ਇਹ ਲਿਖੇ ਜਾਂਦੇ ਨੇ, ਇਹ ਵੀ ਪੱਛਮੀ ਸੱਭਿਆਚਾਰ ਦੀ ਦੇਣ ਹੈ, ਸਾਨੂੰ ਪੱਛਮੀ ਲੋਕਾਂ ਦੀ ਦੇਣ ਹੈ। ਆਪਾਂ ਕਹਿ ਦਿੰਦੇ ਹਾਂ ਵੀ ਇਹ ਜਿਹੜਾ ਇਹ ਮੰਨ ਲਓ ਕਹਿਦਾ ਕਿ ਨਾਟਕ ਹੈ ਜਿਹੜਾ ਉਹ ਸਾਡੇ ਪੰਜਾਬੀ ਸਾਹਿਤ ਦੇ ਵਿੱਚ ਕਿਵੇਂ ਆਇਆ ਜੀ? ਆਪਾਂ ਕਹਿੰਦੇ ਹਾਂ ਜੀ ਇਹ ਪੱਛਮ ਤੋਂ ਆਇਆ ਜੀ, ਹੈ ਨਾ। ਸੋ ਉਸੇ ਅਨੁਸਾਰ ਉਸੇ ਹਿਸਾਬ ਨਾਲ ਹੀ ਬਿਲਕੁਲ ਤੁਸੀਂ ਕਹੋ ਸਰ ਵਾਰ ਕਾਵਿ ਕਿੱਥੋਂ ਆਇਆ? ਫਿਰ ਵਾਰ ਕਾਵਿ ਇਹਨੇ ਕਿਹੜੀ ਦੁਨੀਆ ਤੋਂ ਲਿਆ ਪੰਜਾਬੀ ਨੇ? ਵਾਰ ਕਾਵਿ ਪੰਜਾਬੀ ਦਾ ਆਪਣਾ ਕਾਵਿ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਜਿਵੇਂ ਆਪਾਂ ਗੱਲ ਕੀਤੀ ਸੀ ਸਾਡੀ ਕਾਫੀ ਦੀ, ਕਾਫੀ ਰਚਨਾ ਸਭ ਤੋਂ ਪਹਿਲਾਂ ਕਿਹਨੇ ਕੀਤੀ ਹੈ ਜੀ? ਸੂਫੀ ਕਵੀਆਂ ਨੇ। ਆਪਾਂ ਗੱਲ ਕੀਤੀ ਸੀ ਸੂਫੀ ਕਵੀਆਂ ਦਾ ਸੰਬੰਧ ਕਿਹੜੇ ਧਰਮ ਨਾਲ ਹੈ ਜੀ? ਮੁਸਲਮਾਨ ਧਰਮ ਨਾਲ। ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਸੂਫੀਆਂ ਵਾਲੀ ਜਿਹੜੀ ਸਾਡੀ ਕਾਫੀ ਹੈ ਉਹ ਇਸਲਾਮ ਤੋਂ ਸਾਡੇ ਵਿੱਚ ਆਈ ਹੈ, ਸੂਫੀਆਂ ਤੋਂ ਸਾਡੇ ਵਿੱਚ ਆਈ ਹੈ ਨਾ। ਜਿਹੜੀ ਪੰਜਾਬੀ ਦੇ ਵਿੱਚ ਆਪਾਂ ਜਿਹੜੀ ਪੜ੍ਹਦੇ ਹਾਂ ਕਾਫੀ, ਉਹ ਸਰ ਤੁਸੀਂ ਕਹੋ ਵੀ ਸਰ ਕਿੱਥੋਂ ਆਈ ਹੈ? ਉਹ ਆਈ ਹੈ ਜੀ ਸੂਫੀਆਂ ਤੋਂ, ਇਸਲਾਮ ਤੋਂ ਆਈ ਹੈ ਨਾ, ਇਸਲਾਮ ਧਰਮ ਤੋਂ ਆਈ ਹੈ ਨਾ ਉਹ ਇੱਕ ਤਰ੍ਹਾਂ ਨਾਲ। ਪਰ ਜੇ ਤੁਸੀਂ ਕਹੋ ਸਰ ਵਾਰ ਕਾਵਿ ਫਿਰ ਪੰਜਾਬੀ ਦੇ ਵਿੱਚ ਕਿੱਥੋਂ ਆਇਆ? ਵੀ ਕਾਫੀ ਕਾਵਿ ਦਾ ਤਾਂ ਪਤਾ ਲੱਗ ਗਿਆ ਵੀ ਇਹ ਸਾਨੂੰ ਇੱਕ ਮੁਸਲਮਾਨਾਂ ਦੀ ਦੇਣ ਹੈ ਜੀ, ਇਹ ਇਸਲਾਮ ਧਰਮ ਦੀ ਦੇਣ ਹੈ। ਸਰ ਵਾਰ ਕਾਵਿ ਕਿਹਦੀ ਦੇਣ ਹੈ? ਵਾਰ ਕਾਵਿ ਪੰਜਾਬੀ ਦਾ ਆਪਣਾ ਕਾਵਿ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ। ਸਭ ਤੋਂ ਗੱਲ ਪੰਜਾਬੀ ਦਾ ਆਪਣਾ ਹੈ। ਇਹਦੇ ਮਤਲਬ ਉਤਪਤੀ ਹੈ ਜਿਹੜੀ ਉਹ ਸਾਡੀ ਪੰਜਾਬੀ ਤੋਂ ਹੀ ਹੋਈ ਹੈ, ਪੰਜਾਬ ਤੋਂ ਹੀ ਹੋਈ ਹੈ। ਇਸੇ ਕਰਕੇ ਸਾਡਾ ਪੰਜਾਬੀ ਦਾ ਆਪਣਾ ਕਾਵਿ ਹੈ। ਵਾਰ ਕਵਿਤਾ ਰੂਪ ਵਿੱਚ ਲਿਖਿਆ ਜਾਂਦਾ ਹੈ ਜੀ। ਯੋਧਿਆਂ ਦੀ ਪ੍ਰਸ਼ੰਸਾ ਦੇ ਵਿੱਚ ਗਾਈ ਜਾਣ ਵਾਲੀ ਇੱਕ ਕਵਿਤਾ ਹੈ ਜੀ। ਉਸ ਤੋਂ ਬਾਅਦ ਹੈ ਜੀ ਆਪਣੀ ਪਰਿਭਾਸ਼ਾਵਾਂ ਦੀ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ, ਅਤੇ ਵਣਜਾਰਾ ਬੇਦੀ ਦੀ ਪਰਿਭਾਸ਼ਾ ਦਾ ਵੀ ਧਿਆਨ ਦੇ ਵਿੱਚ ਰੱਖਣਾ ਹੈ ਜੀ। ਤੁਸੀਂ ਇਹ ਗੱਲ ਜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਕਿ ਜਿਹੜਾ ਵਾਰ ਕਾਵਿ ਰੂਪ ਹੈ ਉਹ ਸ਼ੁੱਧ ਪੰਜਾਬੀ ਕਾਵਿ ਰੂਪ ਹੈ। ਇਹ ਗੱਲ ਤੁਸੀਂ ਬਿਲਕੁਲ ਦਿਮਾਗ ਦੇ ਵਿੱਚ ਸੈੱਟ ਕਰ ਲੈਣੀ ਹੈ ਜੀ। ਹੁਣ ਦੇਖੋ ਜੀ ਗੱਲ ਕਰੀਏ ਆਪਾਂ ਵਾਰਾਂ ਦੇ ਪ੍ਰਕਾਰ ਦੀ। ਕਿੰਨੇ ਪ੍ਰਕਾਰ ਦੀਆਂ ਵਾਰਾਂ ਅਸੀਂ ਪੜ੍ਹਦੇ ਹਾਂ ਜੀ? ਅਸੀਂ ਪੜ੍ਹਦੇ ਹਾਂ ਜੀ 2 ਪ੍ਰਕਾਰ ਦੀਆਂ ਵਾਰਾਂ। 2 ਪ੍ਰਕਾਰ ਦੀਆਂ ਕਿਹੜੀਆਂ? ਇੱਕ ਤਾਂ ਵੀਰ ਰਸੀ ਜਾਂ ਲੋਕ ਵਾਰ,
ਇੱਕ ਪੜ੍ਹਦੇ ਹਾਂ ਜੀ ਆਪਾਂ ਅਧਿਆਤਮਿਕ ਵਾਰ। ਹੁਣ ਦੋਵਾਂ ਦੀ ਦੇਖ ਲਓ ਜੀ ਗੱਲ। ਬੀਰ ਰਸੀ ਜਾਂ ਲੋਕ ਵਾਰ ਉਹ ਵਾਰ ਹੁੰਦੀ ਹੈ ਜਿਹਦੇ ਵਿੱਚ ਕਿਸੇ ਜੰਗ ਜਾਂ ਯੁੱਧ ਦਾ ਵਰਣਨ ਕੀਤਾ ਹੋਵੇ ਕਵਿਤਾ ਰੂਪ ਦੇ ਵਿੱਚ, ਉਹ ਹੈਗੀ ਹੈ ਜੀ ਬੀਰ ਰਸੀ ਜਾਂ ਲੋਕ ਵਾਰ ਕਹਿ ਦਿੰਦੇ ਆ। ਕਿਉਂਕਿ ਜਦੋਂ ਸਭ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਬੀਰ ਰਸੀ ਵਾਰ ਜਿਹੜੀ ਉਸ ਦੀ ਉਤਪਤੀ ਹੋਈ, ਬੀਰ ਦਾ ਮਤਲਬ ਵੀਰ, ਸੂਰਮਾ ਹੈ ਨਾ, ਜੰਗ ਦੇ ਮੈਦਾਨ ਵਿੱਚ ਜੂਝਣ ਵਾਲਾ ਯੋਧਾ, ਉਹਨੂੰ ਆਪਾਂ ਕਹਿ ਦਿੰਦੇ ਬੀਰ। ਸੋ ਬੀਰ ਰਸੀ ਵਾਰ ਦੀ ਜਦੋਂ ਉਤਪਤੀ ਹੋਈ ਹੈ ਸਭ ਤੋਂ ਪਹਿਲਾਂ, ਜੇ ਤੁਸੀਂ ਕਹੋ ਵੀ ਸਰ ਸਭ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਬੀਰ ਰਸੀ ਵਾਰ ਕਿਹਨੇ ਲਿਖੀ, ਤਾਂ ਉਹ ਲਿਖੀ ਜੀ ਲੋਕਾਂ ਨੇ। ਲੋਕ ਵਾਰ ਤਾਂ ਕਿਹਾ ਜਾਂਦਾ ਹੈ। ਲੋਕਾਂ ਨੇ ਮਤਲਬ ਕਿਵੇਂ? ਦੇਖੋ ਜੀ, ਇੱਕ ਤਾਂ ਹੁੰਦਾ ਕਿਸੇ ਰਚਨਾ ਦਾ ਇੱਕ ਪਰਟੀਕੂਲਰ ਰਚయిਤਾ, ਉਹਨੂੰ ਲਿਖਣ ਵਾਲਾ ਲੇਖਕ ਇੱਕ ਸਪੈਸ਼ਲ ਹੁੰਦਾ ਹੈ। ਪਰ ਤੁਸੀਂ ਦੇਖਿਆ ਵੀ ਆਹ ਜਿਹੜੇ ਲੋਕ ਕਾਵ ਨੇ ਜਿਹੜੇ ਮੰਨ ਲਓ ਹੈ ਨਾ, ਜਿਵੇਂ ਤੁਸੀਂ ਆਪਣੇ ਗਿੱਧਾ ਪਾਉਂਦੇ ਆ ਵਿਆਹਾਂ ਦੇ ਵਿੱਚ ਹੈ ਨਾ, ਅਤੇ ਜਦੋਂ ਮੁੰਡੇ ਦੇ ਵਿਆਹ 'ਤੇ ਘੋੜੀਆਂ ਗਾਉਂਦੇ ਆ, ਕੁੜੀ ਦੇ ਵਿਆਹ 'ਤੇ ਸੁਹਾਗ ਗੀਤ ਗਾਉਂਦੇ ਆ ਹੈ ਨਾ, ਕਿਸੇ ਦੇ ਮਰੇ 'ਤੇ ਵੈਣ ਪਾਉਂਦੇ ਆ, ਇਹ ਦੇਖੋ ਕਿਸੇ ਇੱਕ ਬੰਦੇ ਨੇ ਨਹੀਂ ਲਿਖੇ ਹੈ ਨਾ, ਇੱਕ ਬੰਦੇ ਨੇ ਤਾਂ ਨਹੀਂ ਲਿਖੇ। ਇਹ ਕੀ ਆ, ਲੋਕਾਂ ਦੇ ਵਿੱਚ ਆਮ ਜਨ ਸਧਾਰਨ ਲੋਕਾਂ ਨੇ ਹੌਲੀ ਹੌਲੀ ਇਹਨੂੰ ਜੋੜ ਕੇ ਬਣਾਇਆ, ਅਤੇ ਇਹ ਕਾਫੀ ਲੰਮੇ ਸਮੇਂ ਤੋਂ ਚੱਲੇ ਆ ਰਹੇ ਆ ਜੀ, ਆਪਣੇ ਤੱਕ ਪਹੁੰਚੇ ਹੈ। ਸੋ ਇਹ ਗੱਲ ਕੀ ਹੈ, ਦੇਖੋ ਇਹਦਾ ਮਤਲਬ ਕੀ ਹੈ ਵੀ ਸਭ ਤੋਂ ਪਹਿਲਾਂ ਬੀਰ ਰਸੀ ਵਾਰ ਹੈ ਜਿਹੜੀ, ਉਹਨੂੰ ਲੋਕ ਵਾਰ ਕਿਹਾ ਗਿਆ। ਕਿਉਂ? ਕਿਉਂਕਿ ਉਹ ਜਿਹੜੀਆਂ ਬੀਰ ਰਸੀ ਵਾਰਾਂ ਸੀਗੀਆਂ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾਂ ਰਚੀਆਂ ਗਈਆਂ, ਉਹਨਾਂ ਨੂੰ ਉਹਨਾਂ ਦਾ ਰਚయిਤਾ, ਉਹਨਾਂ ਦਾ ਲੇਖਕ ਕੌਣ ਸੀ ਪਤਾ ਨਹੀਂ ਲੱਗਿਆ। ਇਸ ਕਰਕੇ ਉਹਨਾਂ ਨੂੰ ਕਹਿ ਦਿੱਤਾ ਗਿਆ ਜੀ ਵੀ ਇਹ ਆਮ ਸਧਾਰਨ ਬੰਦੇ ਨੇ, ਮੇਰੇ ਵਰਗਾ ਜਾਂ ਤੁਹਾਡੇ ਵਰਗਾ, ਆਪਾਂ ਆਮ ਲੋਕ ਹੀ ਆ ਨਾ, ਆਪਾਂ ਸਧਾਰਨ ਲੋਕ ਆ, ਆਪਣੇ ਵਰਗਿਆਂ ਨੇ ਲਿਖੀਆਂ ਜੀ ਕਹਿੰਦੇ। ਇਸ ਕਰਕੇ ਇਹਦਾ ਨਾਮ ਦਿੱਤਾ ਹੈ ਲੋਕ ਵਾਰ ਜਾਂ ਬੀਰ ਰਸੀ ਵਾਰ ਜਾਂ ਲੋਕ ਵਾਰ। ਅੱਛਾ, ਹੁਣ ਤੁਸੀਂ ਕਹੋਗੇ ਸਾਰੇ ਕਿੰਨੀਆਂ ਸੀਗੀਆਂ? ਦੇਖੋ ਜੀ, ਆਦਿ ਕਾਲ ਦੇ ਵਿੱਚ ਪੰਜਾਬੀ ਦਾ ਜਿਹੜਾ ਆਦਿ ਕਾਲ ਹੈ 1000 ਈਸਵੀ ਤੋਂ 1500 ਈਸਵੀ ਤੱਕ, ਉਹਨੂੰ ਕਹਿ ਦਿੰਦੇ ਜੀ ਆਦਿ ਕਾਲ। ਆਦਿ ਕਾਲ ਦੇ ਵਿੱਚ ਸੀਗੀਆਂ ਜੀ 6 ਵਾਰਾਂ। ਨਾਮਾਂ ਦੀ ਤੁਹਾਨੂੰ ਧਿਆਨ ਰੱਖਣ ਦੀ ਲੋੜ ਨਹੀਂ ਗੀ ਜੀ, 6 ਸੀਗੀਆਂ ਆਦਿ ਕਾਲ ਦੇ ਵਿੱਚ, ਅਤੇ ਮੱਧ ਕਾਲ ਦੇ ਵਿੱਚ ਸੀਗੀਆਂ ਜੀ 3। ਠੀਕ ਹੈ ਸਰ ਜੀ, ਹੋ ਗਈ ਗੱਲ। ਮੱਧ ਕਾਲ ਦੇ ਵਿੱਚ 3 ਵਾਰਾਂ ਸੀਗੀਆਂ, ਇਹ ਸੀ ਲੋਕ ਵਾਰਾਂ, ਇਹਨਾਂ ਨੂੰ ਕਹਿ ਦਿੰਦੇ ਆ ਜੀ, ਇਹਨਾਂ ਨੂੰ ਕਹਿ ਦਿੰਦੇ ਆ ਲੋਕ ਵਾਰਾਂ। ਵੈਸੇ ਹੀ ਮਤਲਬ ਆਪਣੀ ਬੁੱਕ ਦੇ ਵਿੱਚ ਵੀ ਦੇਖੋ ਇਕੱਠਾ ਹੀ ਦਿੱਤਾ, ਇਸ ਕਰਕੇ ਮੈਂ ਵੀ ਇਕੱਠਾ ਹੀ ਲਿਖਿਆ ਇਹਨੂੰ। ਆਪਣੀ ਜੋ ਬੁੱਕ ਹੈ ਉਹਦੇ ਵਿੱਚ ਇਹ ਦੋਨਾਂ ਦਾ ਨਾਮ ਇਕੱਠਾ ਲਿਖਿਆ ਗਿਆ ਹੈ। ਸੋ ਬੀਰ ਰਸੀ ਜਾਂ ਲੋਕ ਵਾਰ। ਤੁਸੀਂ ਕਹੋਗੇ ਸਰ ਲੋਕ ਵਾਰਾਂ ਜਿਹੜੀਆਂ ਇਹ ਬੀਰ ਰਸੀ ਨੂੰ ਲੋਕ ਵਾਰ ਕਹਿਣ ਦਾ ਕਾਰਨ ਸਮਝ ਆ ਗਿਆ? ਇੱਕ ਵਾਰੀ ਫੇਰ ਸੁਣ ਲਓ। ਬੀਰ ਰਸੀ ਨੂੰ ਲੋਕ ਵਾਰ ਕਹਿਣ ਦਾ ਕਾਰਨ ਕੀ ਹੈ? ਕਿਉਂਕਿ ਸਭ ਤੋਂ ਪਹਿਲਾਂ ਜਦੋਂ ਪੰਜਾਬੀ ਦੇ ਵਿੱਚ ਇੱਕ ਬੀਰ ਰਸੀ ਵਾਰ ਲਿਖੀ ਗਈ ਤਾਂ ਉਦੋਂ ਉਸ ਨੂੰ ਰਚਣ ਵਾਲਾ ਕੋਈ ਨਹੀਂ ਲੱਭਿਆ, ਉਹਦਾ ਨਾਮ ਕੋਈ ਨਹੀਂ ਲਿਖਿਆ, ਉੱਥੇ ਲੇਖਕ ਦਾ ਨਾਮ ਨਹੀਂ ਲਿਖਿਆ ਉਹਨੇ, ਲੇਖਕ ਨੇ ਆਪਣਾ। ਸੋ ਇਹਦਾ ਮਤਲਬ ਕੀ ਹੈ ਕਿ ਇਹ ਜਿਹੜੀਆਂ ਇੱਕ ਆਮ ਜਨ ਸਧਾਰਨ ਨੇ ਲਿਖੀਆਂ ਹੋਈਆਂ ਵਾਰਾਂ, ਇਸ ਕਰਕੇ ਇਹਨੂੰ ਲੋਕ ਵਾਰਾਂ ਵੀ ਕਹਿ ਦਿੱਤਾ ਗਿਆ। ਸੋ ਇਹ ਆਦਿ ਕਾਲ ਦੇ ਵਿੱਚ ਸੀਗੀਆਂ ਜੀ 6 ਅਤੇ ਮੱਧ ਕਾਲ ਦੇ ਵਿੱਚ ਕਿੰਨੀਆਂ ਸੀ? 3। ਸੋ ਕੀ ਹੈ, ਅੱਜ ਤੱਕ ਪੰਜਾਬੀ ਦੇ ਵਿੱਚ 9 ਲੋਕ ਵਾਰਾਂ ਹੋਈਆਂ ਹੈ ਜੀ, 9। ਜੇ ਤੁਹਾਨੂੰ ਪੁੱਛ ਲਏ ਵੀ ਲੋਕ ਵਾਰਾਂ ਪੰਜਾਬੀ ਦੇ ਵਿੱਚ ਕਿੰਨੀਆਂ ਹੈ, ਤੁਸੀਂ ਕਿਉਂ ਜੀ 9। ਫਿਰ ਤੁਹਾਨੂੰ ਪੁੱਛੇ ਵੀ ਇਹ ਤੁਹਾਨੂੰ ਕਿਵੇਂ ਪਤਾ, ਤੁਸੀਂ ਕਿਉਂ ਜੀ ਸਿਮਰਨਜੀਤ ਸਰ ਨੇ ਦੱਸਿਆ। ਅੱਛਾ, ਹੁਣ ਦੇਖ ਲਓ ਜੀ ਦੂਸਰੀ ਗੱਲ। ਹੁਣ ਅੱਗੇ ਆ ਗਿਆ ਜੀ ਅਧਿਆਤਮਿਕ ਵਾਰ। ਦੇਖੋ ਜੀ, ਆਪਾਂ ਗੱਲ ਹੋ ਗਈ ਆ ਵੀ ਬੀਰ ਰਸੀ ਵਾਰ ਦੇ ਵਿੱਚ ਕੀ ਹੁੰਦਾ ਹੈ ਜੀ, ਇੱਕ ਹੁੰਦਾ ਨਾਇਕ, ਇੱਕ ਹੁੰਦਾ ਪ੍ਰਤੀਨਾਇਕ। ਮਤਲਬ ਕੀ ਆ, ਇੱਕ ਐਕਟਰ ਹੋਊਗਾ, ਇੱਕ ਵਿਲਨ ਹੋਊਗਾ, ਹੈ ਨਾ ਜੀ। ਜੰਗ ਦੇ ਮੈਦਾਨ ਵਿੱਚ 2 ਹੀ ਹੁੰਦੇ ਆ ਨਾ। ਜਿਵੇਂ ਕੀ ਹੈ, ਜਿਹੜਾ ਬਾਦਸ਼ਾਹ ਅਕਬਰ ਹੈ ਉਹ ਵਿਲਨ ਹੈ, ਮਹਾਰਾਣਾ ਪ੍ਰਤਾਪ ਐਕਟਰ ਹੈ। ਉਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਐਕਟਰ ਹੈ, ਅਤੇ ਜਿਹੜਾ ਬਾਦਸ਼ਾਹ ਔਰੰਗਜ਼ੇਬ ਆ ਉਹ ਵਿਲਨ ਹੈ। ਇਹ ਇਸ ਤਰ੍ਹਾਂ ਹੁੰਦਾ। ਜਿਹੜੀ ਜੰਗ ਦੀ ਜਿਹੜੀ ਹੁੰਦੀ ਹੈ, ਜੰਗ ਦੇ ਮੈਦਾਨ ਦੇ ਵਿੱਚ ਇੱਕ ਨਾਇਕ ਹੋਊਗਾ, ਇੱਕ ਪ੍ਰਤੀਨਾਇਕ ਹੋਊਗਾ। ਨਾਇਕ ਦਾ ਵਿਰੋਧੀ ਸ਼ਬਦ ਹੈ ਪ੍ਰਤੀਨਾਇਕ। ਉਹਦੇ ਵਿੱਚ ਕੀ ਹੋਵੇਗਾ ਜੀ? ਅੱਛਾ ਦੇਖੋ ਜੀ, ਇਹਦੇ ਵਿੱਚ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜੀ 2 ਧਿਰਾਂ ਦੀ ਟੱਕਰ ਹੋਊਗੀ ਉਹ ਸਥੂਲ ਪ੍ਰਕਾਰ ਦੀ ਹੋਊਗੀ, ਸਥੂਲ ਹੋਵੇਗੀ, ਸਾਹਮਣੇ ਦਿਖੇਗੀ। ਸਥੂਲ ਕਹਿੰਦੇ ਆ ਵੀ ਜੋ ਸਾਡੀਆਂ ਜਿਹੜੀ ਚੀਜ਼ ਨੂੰ ਸਾਡੀਆਂ ਅੱਖਾਂ ਦੇਖ ਸਕਣ, ਉਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਇਹ ਸਥੂਲ ਹੈ। ਸਥੂਲ ਦਾ ਵਿਰੋਧੀ ਹੈ ਜੀ ਸੂਖਮ। ਸੂਖਮ ਉਹ ਹੁੰਦੀ ਹੈ ਜਿਸ ਨੂੰ ਸਾਡੀਆਂ ਨੰਗੀਆਂ ਅੱਖਾਂ ਦੇਖ ਨਾ ਸਕਣ, ਉਹਨੂੰ ਆਪਾਂ ਕਹਿ ਦਿੰਦੇ ਹਾਂ ਜੀ ਸੂਖਮ।
ਅੱਛਾ ਹੁਣ ਦੇਖੋ ਜੀ ਵੀਰ ਰਸੀ ਵਾਰਾਂ ਦੇ ਵਿੱਚ ਤਾਂ ਸਾਨੂੰ ਪਤਾ ਲੱਗ ਗਿਆ ਵੀ ਇੱਕ ਜੰਗ ਦਾ ਮੈਦਾਨ ਹੋਊਗਾ, ਇੱਕ ਧਿਰ ਇੱਕ ਉਧਰੋਂ ਚੜ੍ਹ ਕੇ ਆਊਗਾ, ਇੱਕ ਇੱਧਰੋਂ ਚੜ੍ਹ ਕੇ ਆਊਗਾ, ਦੋਵੇਂ ਆਪਸ ਦੇ ਵਿੱਚ ਡਾਂਗਾ ਸੋਟੀਆਂ ਲੈ ਕੇ ਲੜ ਪੈਣਗੇ। ਅੱਛਾ ਇਹ ਤਾਂ ਹੋ ਗਈ ਜੀ ਸਾਡੀ ਵੀਰ ਰਸੀ ਵਾਰ ਜਾਂ ਲੋਕ ਵਾਰ ਹੋ ਗਈ। ਅਧਿਆਤਮਿਕ ਵਾਰ ਸਰ ਕਿਵੇਂ ਹੋਊਗੀ ਫਿਰ? ਦੇਖੋ ਜੀ ਬੰਦੇ ਦੇ ਆਪਣੇ ਅੰਦਰ ਵੀ ਟੱਕਰ ਚੱਲੀ ਜਾਂਦੀ ਹੈ ਜੀ ਇੱਕ ਤਰ੍ਹਾਂ ਦੀ, ਹੈ ਨਾ। ਉਹਦੇ ਵਿੱਚ ਕੀ ਹੈ ਜੀ, ਸਾਡੀ ਨੇਕੀ ਦੀ ਬਦੀ ਦੇ ਨਾਲ ਟੱਕਰ ਚੱਲੀ ਜਾਂਦੀ ਹੈ, ਸਾਡੇ ਚੰਗੇ ਕੰਮਾਂ ਦੀ ਸਾਡੇ ਮਾੜੇ ਕੰਮਾਂ ਦੇ ਨਾਲ ਟੱਕਰ ਚੱਲਦੀ ਹੈ। ਜਦੋਂ ਆਪਾਂ ਆਪਣੇ ਮਨ ਦੇ ਚੰਗੇ ਕੰਮਾਂ ਜਾਂ ਮਾੜੇ ਕੰਮਾਂ ਦੀ ਗੱਲ ਕਰਦੇ ਹਾਂ, ਉਦੋਂ ਆਪਾਂ ਗੱਲ ਕਰ ਰਹੇ ਹੁੰਦੇ ਹਾਂ ਅਧਿਆਤਮਿਕਤਾ ਦੀ, ਹੈ ਨਾ, ਉਸ ਪਰਮਾਤਮਾ ਦੀ, ਪ੍ਰਭੂ ਦੀ ਗੱਲ ਕਰ ਰਹੇ ਹੁੰਦੇ, ਹੈ ਨਾ। ਨਹੀਂ ਤਾਂ ਜਿਹੜਾ ਨਾਸਤਿਕ ਬੰਦਾ ਹੈ ਉਹਨੇ ਕੀ ਲੈਣਾ ਹੈ ਜੀ, ਆਪਣੇ ਮੇਰੇ ਮਨ ਦੇ ਵਿੱਚ ਕਿੰਨੇ ਕੁ ਬੁਰੇ ਵਿਚਾਰ ਆਈ ਜਾਂਦੇ ਆ ਕਿ ਚੰਗੇ ਵਿਚਾਰ, ਉਹਨੇ ਕੀ ਲੈਣਾ। ਚੰਗੇ ਤੇ ਬੁਰੇ ਵਿਚਾਰਾਂ ਦਾ ਆਪਣੇ ਮਨ ਦੇ ਵਿੱਚ ਮੁਲਾਂਕਣ ਕੌਣ ਕਰਦਾ ਹੈ? ਜਿਹੜਾ ਬੰਦਾ ਪਰਮਾਤਮਾ ਦੇ ਨਾਲ ਜੁੜਿਆ, ਜਿਹੜਾ ਬੰਦਾ ਪਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਰੱਖਦਾ ਹੈ, ਜਿਹੜਾ ਬੰਦਾ ਪਰਮਾਤਮਾ ਦੇ ਐਗਜ਼ਿਸਟੈਂਸ ਦੇ ਵਿੱਚ ਭਰੋਸਾ ਰੱਖਦਾ ਹੈ, ਉਹ ਬੰਦਾ ਦੇਖੋ ਜੀ ਅਧਿਆਤਮਿਕ ਵਾਰਾਂ ਦੀ ਰਚਨਾ ਕਰੂਗਾ, ਹੈ ਨਾ। ਸੋ ਅਧਿਆਤਮਿਕ ਵਾਰਾਂ ਦੀ ਰਚਨਾ ਫਿਰ ਕੌਣ ਕਰੂਗਾ? ਹੁਣ ਤੁਸੀਂ ਇਹ ਗੱਲ ਧਿਆਨ ਰੱਖਣੀ ਹੈ ਵੀ ਇਹਦਾ ਮਤਲਬ ਕੀ ਹੈ ਕਿ ਕੋਈ ਬੰਦਾ ਧਾਰਮਿਕ ਹੀ ਜਿਹੜਾ ਹੋਊਗਾ ਤੇ ਉਹੋ ਹੀ ਮਤਲਬ ਅਧਿਆਤਮਿਕ ਵਾਰ ਦੀ ਰਚਨਾ ਕਰੂਗਾ ਜੀ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਅਧਿਆਤਮਿਕ ਵਾਰ ਪੰਜਾਬੀ ਦੇ ਵਿੱਚ ਰਚਣ ਵਾਲਾ ਸਭ ਤੋਂ ਪਹਿਲਾ ਕਵੀ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਇਹਨੂੰ ਬਈ ਤੁਸੀਂ ਆਪਦੇ ਹਿਸਾਬ ਨਾਲ ਲਿਖ ਲਿਓ। ਸ੍ਰੀ ਗੁਰੂ ਨਾਨਕ ਦੇਵ ਜੀ ਹਨ ਅਤੇ ਉਹਨਾਂ ਨੇ ਸਭ ਤੋਂ ਪਹਿਲੀ ਵਾਰ ਇੱਕ ਰਚੀ ਹੈ ਜੀ ਆਸਾ ਦੀ ਵਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਸਾ ਰਾਗ ਦੇ ਵਿੱਚ ਰਚੀ ਗਈ ਵਾਰ ਹੈ ਅਤੇ ਉਸ ਦਾ ਨਾਮ ਵੀ ਹੈ ਆਸਾ ਦੀ ਵਾਰ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਜੀ ਪਹਿਲੀ ਗੱਲ। ਮੈਂ ਕਿਹਾ ਨਾਲ ਹੀ ਇਤਿਹਾਸ ਥੋੜ੍ਹਾ ਜਿਹਾ ਦੱਸ ਦਾਂਗੇ ਅਧਿਆਤਮਿਕ ਵਾਰਾਂ ਦੇ ਨਾਲ ਹੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਲਿਖੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟੋਟਲ 22 ਵਾਰਾਂ ਨੇ, ਕੁੱਲ 22 ਵਾਰਾਂ ਲਿਖੀਆਂ ਗਈਆਂ ਨੇ ਇਸ ਅਧਿਆਤਮਿਕ ਵਾਰਾਂ, ਜਿਨ੍ਹਾਂ ਦਾ ਵਿਸ਼ਾ ਅਧਿਆਤਮਿਕ ਹੈ, ਜਿਨ੍ਹਾਂ ਦਾ ਵਿਸ਼ਾ ਵੀਰ ਰਸ ਨਾਲ ਸੰਬੰਧਿਤ ਹੈ। ਉਹ ਤਾਂ ਹੋ ਗਈਆਂ ਵੀਰ ਰਸੀ ਵਾਰਾਂ ਜਾਂ ਲੋਕ ਵਾਰਾਂ। ਜਿਹੜੀਆਂ ਵਾਰਾਂ ਦਾ ਵਿਸ਼ਾ ਵਸਤੂ ਅਧਿਆਤਮਿਕ ਹੈ ਉਹ ਹੋ ਗਈਆਂ ਜੀ ਸਾਡੀਆਂ ਅਧਿਆਤਮਿਕ ਵਾਰਾਂ। ਸੋ ਅਧਿਆਤਮਿਕ ਵਾਰਾਂ ਦੀ ਸਭ ਤੋਂ ਪਹਿਲਾਂ ਪੰਜਾਬੀ ਦੇ ਵਿੱਚ ਰਚਨਾ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਹਨ, ਜਿਨ੍ਹਾਂ ਨੇ ਕੀ ਕੀਤਾ ਜੀ, ਇੱਕ ਵਾਰ ਆਸਾ ਜੀ ਦੀ ਵਾਰ ਦੀ ਰਚਨਾ ਕੀਤੀ ਹੈ। ਸੋ ਸ੍ਰੀ ਗੁਰੂ ਹੁਣ ਗੁਰਬਾਣੀ ਦੇ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਰਚਨਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਵੇਂ ਵੱਖ-ਵੱਖ ਗੁਰੂਆਂ ਨੇ ਬਾਣੀ ਦੀ ਰਚਨਾ ਕੀਤੀ ਹੈ, ਉਹਨਾਂ ਨੇ ਨਾਲ ਵਾਰਾਂ ਦੀ ਵੀ ਰਚਨਾ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 22 ਵਾਰਾਂ ਹਨ। ਉਸ ਤੋਂ ਬਾਅਦ ਮੱਧਕਾਲ ਦੇ ਇੱਕ ਮਹਾਨ ਕਵੀ ਹੋਏ ਹਨ ਸਾਡੇ ਪੰਜਾਬੀ ਦੇ ਵੇਦ ਵਿਆਸ ਭਾਈ ਗੁਰਦਾਸ ਜੀ। ਉਹਨਾਂ ਨੇ 39 ਅਧਿਆਤਮਿਕ ਵਾਰਾਂ ਦੀ ਰਚਨਾ ਕੀਤੀ ਹੈ, ਜਿਹਦੇ ਵਿੱਚ ਬੰਦੇ ਦੇ ਅੰਦਰ ਨੇਕੀ ਤੇ ਬਦੀ ਦੀ ਜੰਗ ਚੱਲ ਰਹੀ ਹੈ। ਤੁਸੀਂ ਕਹੋਗੇ ਸਰ ਇਹਦੇ ਵਿੱਚ ਅਧਿਆਤਮਿਕ ਵਾਰਾਂ ਦੇ ਵਿੱਚ ਕਿਹੜੀ ਲੜਾਈ ਦੀ ਗੱਲ ਕਰਦੇ ਹੋ ਤੁਸੀਂ? ਬੰਦੇ ਦੇ ਅੰਦਰ ਬੰਦੇ ਦੇ ਮਾੜੇ ਕੰਮ ਅਤੇ ਚੰਗੇ ਕੰਮ ਇਹਨਾਂ ਦੀ ਆਪਸ ਦੇ ਵਿੱਚ ਟੱਕਰ ਚੱਲਦੀ ਰਹਿੰਦੀ ਹੈ। ਜਿਵੇਂ ਵੀਰ ਰਸੀ ਵਾਰਾਂ ਦੇ ਵਿੱਚ ਨਾਇਕ ਅਤੇ ਪ੍ਰਤੀ ਨਾਇਕ ਦੀ, ਵਿਲਨ ਅਤੇ ਐਕਟਰ ਦੀ ਟੱਕਰ ਚੱਲਦੀ ਰਹਿੰਦੀ ਹੈ, ਉਸੇ ਪ੍ਰਕਾਰ ਨਾਲ ਅਧਿਆਤਮਿਕ ਵਾਰਾਂ ਦੇ ਵਿੱਚ ਵੀ ਹੁੰਦੀ ਹੈ ਜੀ। 22 ਵਾਰਾਂ ਹੋ ਗਈਆਂ ਜੀ। ਉਸ ਤੋਂ ਬਾਅਦ 39 ਵਾਰਾਂ ਅਤੇ ਇਸੇ ਪ੍ਰਕਾਰ ਨਾਲ 2 ਵਾਰਾਂ ਭਾਈ ਗੁਰਦਾਸ ਸਿੰਘ ਜੀ ਇੱਕ ਹੋਰ ਉਹਨਾਂ ਨੇ ਲਿਖੀਆਂ ਜੀ। ਜੋੜ ਕਰ ਲੈਣਾ ਹੈ ਜੀ ਤੁਸੀਂ, ਕੁੱਲ 63 ਵਾਰਾਂ ਹੋ ਚੁੱਕੀਆਂ ਨੇ ਜੀ ਅੱਜ ਤੱਕ ਅਧਿਆਤਮਿਕ ਵਾਰਾਂ ਜਿਹੜੀਆਂ, ਉਹਨਾਂ ਦੀ ਗਿਣਤੀ ਸਾਡੇ ਪੰਜਾਬੀ ਸਾਹਿਤ ਦੇ ਵਿੱਚ 63 ਹੈ। ਅਤੇ ਆਦਿ ਕਾਲ ਅਤੇ ਮੱਧਕਾਲ ਦੇ ਵਿੱਚ ਜਿਹੜੀਆਂ ਲੋਕ ਵਾਰਾਂ ਦੀ ਗਿਣਤੀ ਹੈ ਉਹ ਹੈ ਜੀ ਸਾਡੀ 9। ਤੁਹਾਨੂੰ ਪੁੱਛ ਲੈ ਵੀ ਲੋਕ ਵਾਰਾਂ ਕਿੰਨੀਆਂ ਹਨ, ਤੁਸੀਂ ਕਿਹਾ ਜੀ 9। ਅਤੇ ਅਧਿਆਤਮਿਕ ਵਾਰਾਂ ਦੀ ਗਿਣਤੀ ਮੈਂ ਤੁਹਾਨੂੰ ਦੱਸਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ। ਭਾਈ ਗੁਰਦਾਸ ਜੀ ਜੋ ਹੋਏ ਨੇ ਸਾਡੀ ਪੰਜਾਬੀ ਦੇ ਵੇਦ ਵਿਆਸ, ਉਹਨਾਂ ਨੇ 39 ਵਾਰਾਂ ਦੀ ਰਚਨਾ ਕੀਤੀ ਹੈ। ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਾਲ ਹੈ ਜਿਹੜਾ 1666 ਤੋਂ 1708, ਉਸ ਤੋਂ ਬਾਅਦ ਇੱਕ ਕਵੀ ਹੋਇਆ ਭਾਈ ਗੁਰਦਾਸ ਸਿੰਘ, ਉਹਨੇ 2 ਵਾਰਾਂ ਦੀ ਰਚਨਾ ਕੀਤੀ ਹੈ। ਕੁੱਲ ਹੋ ਗਈਆਂ ਜੀ 63। ਇਹਨਾਂ ਨੂੰ ਇੱਥੇ ਹੀ ਛੱਡ ਦਿਓ ਹੁਣ ਤੁਸੀਂ ਇਸ ਗੱਲ ਨੂੰ। ਆਪਾਂ ਗੱਲ ਕਰਦੇ ਹਾਂ ਵਾਰ ਦੇ ਤੱਤਾਂ ਦੀ। ਵਾਰਾਂ ਦਾ ਪ੍ਰਕਾਰ ਧਿਆਨ ਰੱਖਿਓ ਜੀ, ਵੀਰ ਰਸੀ ਜਾਂ ਲੋਕ ਵਾਰ। ਉਸ ਤੋਂ ਬਾਅਦ ਹੈ ਜੀ ਅਧਿਆਤਮਿਕ ਵਾਰ। ਹੁਣ ਕਰਦੇ ਹਾਂ ਜੀ ਵਾਰ ਦੇ ਤੱਤ ਦੀ ਗੱਲ। ਵਾਰ ਕਿਹੜੇ ਕਿਹੜੇ ਤੱਤ ਤੋਂ ਬਣਦੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਜੀ ਜਦੋਂ ਇੱਕ ਵਾਰ ਦੀ ਰਚਨਾ ਕਰਨੀ ਹੈ ਆਪਾਂ? ਲਓ ਜੀ, ਸਭ ਤੋਂ ਪਹਿਲਾਂ ਤਾਂ ਉਹਦੇ ਵਿੱਚ ਪਹਿਲੀ ਗੱਲ ਹੋਣੀ ਚਾਹੀਦੀ ਹੈ ਵਸਤੂ ਵਿਧਾਨ। ਵਾਰ ਦੇ ਵਿੱਚ ਕਿ ਵਿਸ਼ਾ ਕੀ ਹੈ, ਵਿਸ਼ਾ ਵਸਤੂ ਕੀ ਹੈ, ਉਸ ਕਿਸ ਪ੍ਰਕਾਰ ਦੀ ਪ੍ਰਕਿਰਿਆ ਹੈ ਉਹਦੇ ਵਿੱਚ, ਉਹਦੀ ਆਪਾਂ ਗੱਲ ਕਰਦੇ ਹਾਂ ਜੀ। ਵੇਖੋ, ਸਭ ਤੋਂ ਪਹਿਲਾਂ ਵਸਤੂ ਵਿਧਾਨ ਦੇ ਵਿੱਚ ਇੱਕ ਕਵੀ ਨੇ 3 ਗੱਲਾਂ ਹੋਣੀਆਂ ਬਹੁਤ ਜ਼ਰੂਰੀ ਨੇ। ਇਹ ਤੁਸੀਂ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਰੱਖਣੀ ਹੈ ਜੀ ਗੱਲ।
ਵਸਤੂ ਵਿਧਾਨ ਦੇ ਵਿੱਚ ਕੀ ਹੈ? ਸਭ ਤੋਂ ਪਹਿਲਾ ਤੱਤ ਹੈ ਵਸਤੂ ਵਿਧਾਨ। ਵਸਤੂ ਵਿਧਾਨ ਦੇ ਵਿੱਚ ਕਵੀ ਕੀ ਕਰੇਗਾ? ਸਭ ਤੋਂ ਪਹਿਲਾਂ ਮੰਗਲਾਚਰਨ ਦੀ ਰਚਨਾ ਕਰਦਾ ਹੈ। ਤੁਸੀਂ ਕੋਈ ਵੀ ਚੰਗੀ ਵਾਰ ਪੜ੍ਹ ਕੇ ਵੇਖ ਲਿਓ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਲਿਖੀ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਮੰਗਲਾਚਰਨ ਹੈ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਇਸ ਤਰ੍ਹਾਂ ਕਰਕੇ ਇਹ ਜਿਹੜਾ ਇਹ ਮੰਗਲਾਚਰਨ ਹੁੰਦਾ ਹੈ, ਮੰਗਲਾਚਰਨ ਹੁੰਦਾ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਕੋਈ ਆਪਾਂ ਕਹਿੰਦੇ ਹਾਂ ਨਾ ਵੀ ਕੋਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲਓ ਜੀ ਆਪਾਂ ਕੋਈ ਕੰਮ ਜਿਵੇਂ ਮੰਨ ਲਓ ਚੰਗਾ ਕੰਮ ਸ਼ੁਰੂ ਕਰਨਾ ਤਾਂ ਆਪਾਂ ਕਹਿ ਦਿੰਦੇ ਹਾਂ ਲਿਓ ਜੀ ਆਪਾਂ ਆਪਣੇ ਗੁਰੂ ਨੂੰ, ਆਪਣੇ ਇਸ਼ਟ ਨੂੰ, ਆਪਣੇ ਦੇਵਤੇ ਨੂੰ ਧਿਆ ਲਈਏ। ਉਹਨੂੰ ਕਹਿੰਦੇ ਆ ਜੀ ਮੰਗਲਾਚਰਨ ਕਰਨਾ। ਮਤਲਬ ਆਪਣੇ ਗੁਰੂ ਨੂੰ, ਆਪਣੇ ਪਰਮਾਤਮਾ ਨੂੰ ਜਾਂ ਇਸ਼ਟ ਨੂੰ ਧਿਆਉਣਾ। ਸਭ ਤੋਂ ਪਹਿਲਾਂ ਉਹਦਾ ਸ਼ੁਕਰ ਕਰਨਾ ਵੀ ਤੂੰ ਇਹ ਪ੍ਰਮਾਤਮਾ ਵੀ ਤੂੰ ਮੈਨੂੰ ਕਲਮ ਇੱਕ ਲਿਖਣ ਦੇ ਜਾਂ ਪੜ੍ਹਨ ਦੇ ਯੋਗ ਬਣਾਇਆ ਹੈ, ਮੇਰੇ ਹੱਥ 'ਚ ਕਲਮ ਦਿੱਤੀ ਹੈ, ਹੁਣ ਮੈਂ ਤੇਰੀ ਕਿਰਪਾ ਦੇ ਨਾਲ ਵਾਰ ਲਿਖਣ ਲੱਗਾ ਹੈ। ਵਸਤੂ ਵਿਧਾਨ ਦੇ ਵਿੱਚ ਸਭ ਤੋਂ ਪਹਿਲੀ ਗੱਲ ਉਹ ਕਰੇਗਾ ਮੰਗਲਾਚਰਨ ਦੀ, ਜਿਹਦੇ ਵਿੱਚ ਉਹ ਪ੍ਰਮਾਤਮਾ ਦਾ, ਆਪਣੇ ਪ੍ਰਮਾਤਮਾ ਨੂੰ ਧਿਆਊਗਾ। ਲਓ ਜੀ ਹੁਣ ਪ੍ਰਮਾਤਮਾ ਨੂੰ ਉਹਨੇ ਧਿਆ ਲਿਆ। ਦੂਸਰੀ ਗੱਲ ਉਹ ਕਰੇਗਾ ਕਥਾ ਵਸਤੂ। ਵਾਰ ਦੇ ਵਿੱਚ ਇੱਕ ਪ੍ਰਕਾਰ ਦੀ ਕਥਾ ਕਹਾਣੀ ਹੋਵੇਗੀ, ਹੈ ਨਾ। ਵਾਰ ਦੇ ਵਿੱਚ ਇੱਕ ਕਹਾਣੀ ਹੋਣੀ ਬਹੁਤ ਜ਼ਰੂਰੀ ਹੈ। ਕਹਾਣੀ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ, ਇਤਿਹਾਸਕ ਵੀ ਹੋ ਸਕਦੀ ਹੈ, ਮਿਥਿਹਾਸਕ ਵੀ ਹੋ ਸਕਦੀ ਹੈ। ਉਹਦੀ ਗੱਲ ਆਪਾਂ ਇੱਥੇ ਕਰਾਂਗੇ ਜੀ। ਦੇਖੋ ਇਤਿਹਾਸਕਤਾ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਆਹ ਸੁਣ ਲਓ, ਕਥਾ ਵਸਤੂ ਕੀ ਹੈ। ਕਥਾ ਵਸਤੂ ਦੇ ਵਿੱਚ ਤੁਸੀਂ ਤਿੰਨ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ। ਵਾਰ ਦੇ ਵਿੱਚ ਤਿੰਨ ਗੱਲਾਂ ਹੁੰਦੀਆਂ ਨੇ, ਇੱਕ ਹੁੰਦਾ ਜੀ ਸ਼ੰਕਾ, ਇੱਕ ਹੁੰਦਾ ਸੰਘਰਸ਼ ਤੇ ਇੱਕ ਹੁੰਦਾ ਸਮਾਧਾਨ। ਇਹ ਕਥਾ ਵਸਤੂ ਦੇ ਤਿੰਨ ਅੰਗ ਹਨ। ਕਥਾ ਵਸਤੂ ਦੇ ਤਿੰਨ ਭੇਦ ਹਨ। ਇਹ ਵੀ ਤੁਸੀਂ ਧਿਆਨ ਵਿੱਚ ਰੱਖਣਾ। ਵਸਤੂ ਵਿਧਾਨ ਦੇ ਤਿੰਨ ਭੇਦ ਲਿਖੇ ਆ ਮੈਂ। ਵਸਤੂ ਵਿਧਾਨ ਦੇ ਤਿੰਨ ਭੇਦ ਲਿਖੇ ਆ, ਮੰਗਲਾਚਰਨ, ਕਥਾ ਵਸਤੂ ਤੇ ਮਹਾਤਮ। ਇਹ ਤੁਸੀਂ ਦੇਖ ਲੈਣਾ ਜੀ, 1 2 3। ਇਹ ਹੈ ਜੀ ਵਸਤੂ ਵਿਧਾਨ ਦੇ ਤਿੰਨ ਭੇਦ। ਵਸਤੂ ਵਿਧਾਨ ਦਾ ਹੀ ਇੱਕ ਭੇਦ ਸੀ ਕਥਾ ਵਸਤੂ 2 ਨੰਬਰ, ਉਹਦੇ ਵੀ ਅੱਗੇ ਤਿੰਨ ਭੇਦ ਆ। ਇਹ ਤੁਸੀਂ ਥੋੜ੍ਹਾ ਜਿਹਾ ਖਿਆਲ ਕਰਨਾ ਹੈ ਜੀ। ਪਹਿਲਾਂ ਆਪਾਂ ਮੰਗਲਾਚਰਨ 'ਤੇ ਗੱਲ ਕਰ ਲਈ ਹੈ ਜੀ। ਕਥਾ ਵਸਤੂ ਦੇ ਵਿੱਚ ਤਿੰਨ ਗੱਲਾਂ ਹੋਣਗੀਆਂ ਜੀ। ਦੇਖੋ ਕਿਹੜੀਆਂ ਕਿਹੜੀਆਂ। ਇੱਕ ਤਾਂ ਉਹ ਲਿਖੇਗਾ ਸ਼ੰਕਾ, ਵੀ ਵਾਰ ਦੇ ਵਿੱਚ ਟੱਕਰ ਜਿਹੜੀ ਯੁੱਧ ਹੋਈ ਹੈ ਉਹਦਾ ਕਾਰਨ ਕੀ ਸੀਗਾ ਜੀ, ਕਿਹੜੀ ਗੱਲ ਤੋਂ ਹੋਈ, ਉਹਨੂੰ ਕਹਿ ਦਿੰਦੇ ਆ ਸ਼ੰਕਾ ਪੱਖ, ਸ਼ੰਕਾ ਪਕਸ਼। ਸ਼ੰਕਾ ਪਕਸ਼ ਦੇ ਵਿੱਚ ਕੀ ਹੋਊਗਾ ਕਿ ਟੱਕਰ ਦਾ ਕਾਰਨ ਕੀ ਹੋਵੇ, ਕਾਰਨ ਕੀ ਰਿਹਾ, ਕੀ ਰੀਜਨ ਹੋਇਆ ਵੀ ਦੋਨਾਂ ਦੀ ਲੜਾਈ ਹੋ ਗਈ। ਦੂਸਰੀ ਗੱਲ ਸੰਘਰਸ਼। ਪਹਿਲਾਂ ਸ਼ੰਕਾ, ਸੰਘਰਸ਼ ਤੇ ਸਮਾਧਾਨ। ਸਮਾਧਾਨ ਦੇ ਵਿੱਚ, ਸੰਘਰਸ਼ ਦੇ ਵਿੱਚ ਕੀ ਹੋਊਗਾ ਕਿ ਉਸ ਟੱਕਰ ਨੂੰ ਦਰਸਾਇਆ ਜਾਊਗਾ ਕਿ ਲੜਾਈ ਦੇ ਸੀਨ ਕੀ ਸੀ, ਲੜਾਈ ਕਿਵੇਂ ਹੋਈ, ਹੈ ਨਾ। ਇਹ ਸਾਰਾ ਜਿਹੜਾ ਇਹ ਟੱਕਰ ਜਿਹੜੀ ਇਹ ਦਰਸਾਈ ਜਾਊਗੀ। ਇੱਥੇ ਮੈਂ ਲਿਖਿਆ ਹੈ ਵੀ ਵਾਰ ਦੀ ਆਤਮਾ। ਤੁਸੀਂ ਧਿਆਨ ਦੇ ਵਿੱਚ ਰੱਖਿਓ ਵੀ ਟੱਕਰ ਹੈ ਜਿਹੜੀ ਉਹ ਇੱਕ ਵਾਰ ਦੀ ਆਤਮਾ ਹੁੰਦੀ ਹੈ। ਜਿਹੜੀ ਵਾਰ ਦੇ ਵਿੱਚ ਟੱਕਰ ਨਹੀਂ ਦਿੱਤੀ, ਸੰਘਰਸ਼ ਪੱਖ ਨਹੀਂ ਦਿੱਤਾ ਹੋਇਆ, ਉਹ ਇੱਕ ਵਾਰ ਨਹੀਂ ਹੈ। ਕਿਉਂਕਿ ਆਤਮਾ ਤੋਂ ਬਿਨਾਂ ਤਾਂ ਅਸੀਂ ਵੀ ਮਰੇ ਹਾਂ, ਹੈ ਨਾ। ਵੀ ਮੰਨ ਲਓ ਤੁਹਾਡੀ ਆਤਮਾ ਹੀ ਨਿਕਲ ਜੇ ਤੁਹਾਡੇ ਸਰੀਰ 'ਚੋਂ ਤੇ ਬਸ ਖਤਮ। ਸੋ ਵਾਰ ਦੀ ਆਤਮਾ ਕੀ ਹੈ? ਟੱਕਰ। ਤੁਹਾਨੂੰ ਕੋਈ ਵੀ ਐਵੇਂ ਮੰਨ ਲਓ ਪ੍ਰਸ਼ਨ ਪੁੱਛ ਲੇ ਕਿ ਵਾਰ ਦੀ ਆਤਮਾ ਹੈ, ਇਹਦੇ ਵਿੱਚ ਦੇ ਪਹਿਲਾਂ ਦੱਸ ਲੈ ਵੀ ਕਾਰਨ, ਸਿੱਟਾ ਜਾਂ ਨਿਸ਼ਕਰਸ਼ ਜਾਂ ਸ਼ੰਕਾ ਐਵੇਂ ਲਿਖ ਦੇਵੇ, ਜਾਂ ਇੱਕ ਨਾਲ ਲਿਖ ਦੇਵੇ ਚੌਥਾ ਨੰਬਰ ਆਪਸ਼ਨ ਟੱਕਰ। ਸੋ ਤੁਸੀਂ ਕਿਉਂ ਜੀ ਵਾਰ ਦੀ ਆਤਮਾ ਟੱਕਰ ਹੈ, ਆਪਸ ਦੇ ਵਿੱਚ ਟੱਕਰਨਾ, ਭਿੜਨਾ ਆਪਸ ਦੇ ਵਿੱਚ, ਉਹ ਹੈ ਜੀ ਸਾਡੀ ਵਾਰ ਦੀ ਆਤਮਾ। ਕਿਉਂਕਿ ਵਾਰ ਹੈ ਹੀ ਜੰਗ ਯੁੱਧ ਦੇ ਵਾਸਤੇ ਬਣੀ ਵੀ ਹੈ, ਇਸੇ ਕਰਕੇ ਟੱਕਰ ਵਾਰ ਦੀ ਆਤਮਾ ਹੈ। ਸੰਘਰਸ਼ ਪੱਖ ਦੇ ਵਿੱਚ ਕੀ ਕਰੂਗਾ ਕਵੀ? ਸੰਘਰਸ਼ ਪੱਖ ਦੇ ਵਿੱਚ ਦੋਹਾਂ ਧਿਰਾਂ ਦਾ ਸੰਘਰਸ਼, ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਸੰਘਰਸ਼, ਟੱਕਰ ਨੂੰ ਦਰਸਾਊਗਾ। ਤੀਸਰਾ ਦੱਸੂਗਾ ਜੀ ਸਮਾਧਾਨ। ਸਮਾਧਾਨ, ਸਿੱਟਾ ਕੀ ਨਿਕਲਿਆ, ਨਿਸ਼ਕਰਸ਼ ਕੀ ਨਿਕਲਿਆ, ਕੌਣ ਜਿੱਤਿਆ ਕੌਣ ਹਾਰਿਆ, ਇਹ ਸਮਾਧਾਨ ਪੱਖ ਦੇ ਵਿੱਚ ਗੱਲ ਕਰੂਗਾ ਕਵੀ। ਕਥਾ ਵਸਤੂ ਦੇ ਵਿੱਚ ਉਹ ਤਿੰਨ ਚੀਜ਼ਾਂ ਦੀ ਗੱਲ ਕਰੂਗਾ, ਤਿੰਨ ਪੱਖਾਂ ਦੀ ਗੱਲ ਕਰੂਗਾ, ਤਿੰਨ ਪੱਖਾਂ ਦੀ ਗੱਲ ਕਰੂਗਾ। ਹਿੰਦੀ ਦੇ ਵਿੱਚ ਵੀ ਬੋਲਤਾ, ਪੰਜਾਬੀ 'ਚ ਵੀ ਬੋਲਤਾ। ਪਹਿਲਾਂ ਸ਼ੰਕਾ, ਸੰਘਰਸ਼ ਤੇ ਸਮਾਧਾਨ। ਸ਼ੰਕਾ ਪੱਖ ਦੇ ਵਿੱਚ ਉਹ ਕਾਰਨ ਦੱਸੂਗਾ, ਯੁੱਧ ਦਾ ਕਾਰਨ ਕੀ ਹੈ। ਸੰਘਰਸ਼ ਦੇ ਵਿੱਚ ਉਹ ਟੱਕਰ ਦੱਸੂਗਾ, ਦੋਵਾਂ ਧਿਰਾਂ ਦਾ ਸੰਘਰਸ਼ ਹੋਇਆ ਜਿਹੜਾ, ਉਹਦੇ ਬਾਰੇ ਦੱਸੂਗਾ। ਟੱਕਰ ਦੇ ਨਾਲ ਹੀ ਮੈਂ ਲਿਖਤਾ ਜੀ ਟੱਕਰ ਹੈ ਵਾਰ ਦੀ ਆਤਮਾ। ਇੱਥੋਂ ਇੱਕ ਪ੍ਰਸ਼ਨ ਆਪਦਾ ਕੱਢ ਲਿਓ ਵੀ ਵਾਰ ਦੀ ਆਤਮਾ ਹੈ, ਤੁਸੀਂ ਕਿਉਂ ਜੀ ਟੱਕਰ। ਤੀਸਰਾ ਉਹ ਪਕਸ਼ ਰੱਖੂਗਾ ਸਮਾਧਾਨ ਪੱਖ। ਸਮਾਧਾਨ ਦੇ ਵਿੱਚ ਉਹ ਸਿੱਟਾ ਜਾਂ ਨਿਸ਼ਕਰਸ਼ ਦੱਸੂਗਾ ਵੀ ਕੀ ਰਿਜ਼ਲਟ ਰਿਹਾ ਉਹਦਾ, ਯੁੱਧ ਦਾ, ਜੰਗ ਦਾ, ਕੌਣ ਜਿੱਤਿਆ ਕੌਣ ਹਾਰਿਆ, ਉਹਦੀ ਗੱਲ ਕਰੂਗਾ। ਅੱਛਾ ਹੁਣ ਹੋ ਗਿਆ ਜੀ ਤੀਜੀ ਗੱਲ, ਵਸਤੂ ਵਿਧਾਨ ਦੇ ਵਿੱਚ ਇੱਕ ਮੰਗਲਾਚਰਨ ਕਰੂਗਾ। ਦੂਸਰਾ ਕਥਾ ਵਸਤੂ, ਕਥਾ ਵਸਤੂ ਦੇ ਵਿੱਚ ਸ਼ੰਕਾ, ਸੰਘਰਸ਼ ਤੇ ਸਮਾਧਾਨ। ਤੇ ਤੀਸਰਾ ਵਸਤੂ ਵਿਧਾਨ ਦੇ ਵਿੱਚ ਮਹਾਤਮ। ਮਹਾਤਮ ਦਾ ਮਤਲਬ ਸੰਦੇਸ਼, ਹੈ ਨਾ, ਮੈਸੇਜ।
ਉਹ ਕੀ ਹੈ ਕਿ ਜਦੋਂ ਵਾਰ ਨੂੰ ਜਦੋਂ ਸਮਾਧਾਨ ਤੋਂ ਬਾਅਦ ਕੀ ਕਰੇਗਾ, ਕਥਾ ਵਸਤੂ ਤੋਂ ਬਾਅਦ ਉਹ ਵਾਰ ਦਾ ਮਹਾਤਮ ਲਿਖੇਗਾ। ਉਹਦੇ ਵਿੱਚ ਸੰਦੇਸ਼ ਮੈਸੇਜ ਕੀ ਹੈ ਸਾਡੇ ਵਾਸਤੇ, ਹੈ ਨਾ, ਵੀ ਸਾਨੂੰ ਇਹ ਵਾਰ ਹੈ ਜਿਹੜੀ, ਇਹ ਵਾਰ ਕਿਉਂ ਪੜ੍ਹਨੀ ਜ਼ਰੂਰੀ ਹੈ, ਜਾਂ ਇਹ ਵਾਰ ਦਾ ਅਧਿਐਨ ਸਾਨੂੰ ਕਿਉਂ ਕਰਨਾ ਜ਼ਰੂਰੀ ਹੈ, ਉਹਦਾ ਹੁੰਦਾ ਜੀ ਮਹਾਤਮ ਜਾਂ ਸੰਦੇਸ਼, ਹੈ ਨਾ। ਜਾਂ ਜਿਵੇਂ ਦੋ ਧਿਰਾਂ ਦੀ ਟੱਕਰ ਹੋਈ, ਉਹਦੇ ਤੋਂ ਕੀ ਸੰਦੇਸ਼ ਮਿਲੂਗਾ ਵੀ ਕਿਹੜੀ ਚੀਜ਼ ਹੈ ਜਿਹਦੇ ਬਦਲੇ ਨਹੀਂ ਲੜਨਾ ਚਾਹੀਦਾ, ਸਾਨੂੰ ਕਿਉਂ ਲੜਨਾ ਚਾਹੀਦਾ ਜਾਂ ਕਿਉਂ ਨਹੀਂ ਲੜਨਾ ਚਾਹੀਦਾ। ਇਹ ਮਹਾਤਮ ਸੰਦੇਸ਼, ਆਪਣੇ ਵਾਸਤੇ ਉਪਦੇਸ਼, ਉਹਨੂੰ ਕਹਤਾ ਜੀ ਮਹਾਤਮ। ਦੂਸਰਾ ਵਾਰ ਦਾ ਦੂਸਰਾ ਤੱਤ ਕੀ ਹੈ ਜੀ, ਨਾਇਕ ਦਾ ਜਸ ਗਾਇਨ ਕਰਨਾ ਹੈ। ਦੇਖੋ ਜੀ, ਜਦੋਂ ਕਿਸੇ ਕਵੀ ਨੇ ਵਾਰ ਲਿਖਣੀ ਹੈ ਤਾਂ ਉਹਨੇ ਸਭ ਤੋਂ ਪਹਿਲਾਂ ਧਿਆਨ ਦੇ ਵਿੱਚ ਰੱਖਣਾ ਹੈ ਵੀ ਨਾਇਕ ਨੂੰ ਜਿਹੜਾ ਉਹ ਸਮਾਜ ਦੇ ਵਿੱਚ ਉਹਨੂੰ ਉੱਚਾ ਬਹੁਤ ਦਿਖਾਉਣਾ ਹੈ, ਵੀ ਹਰ ਕੋਈ ਉਹਨੂੰ ਫੋਲੋ ਕਰੇ। ਉਹ ਜਿਹੜਾ ਐਕਟਰ ਹੈ, ਵਾਰ ਦਾ ਜਿਹੜਾ ਐਕਟਰ ਹੈ, ਉਸ ਨੂੰ ਇੱਕ ਬਹੁਤ ਹੀ ਚੰਗਾ, ਬਹੁਤ ਹੀ ਮਤਲਬ ਵੀ ਧਨਵਾਨ, ਸੂਝਵਾਨ, ਤਾਕਤਵਰ ਅਤੇ ਬੜਾ ਕੁਛ ਬਾਹੂਬਲੀ ਦਿਖਾਉਣਾ ਉਹਨੂੰ ਪੂਰਾ। ਇਹਨੂੰ ਕਿਹਾ ਜੀ ਨਾਇਕ ਦਾ ਜਸ ਗਾਉਣਾ। ਉਹਨੂੰ ਦਿਖਾਉਣਾ ਹੈ ਜੀ ਇਹਦੀ ਵੰਸ਼ ਬੜੀ ਉੱਚੀ ਹੈ ਜੀ, ਇਹਦੀ ਜਾਤ ਬਹੁਤ ਉੱਚੀ ਹੈ ਜੀ, ਇਹ ਮਤਲਬ ਬੜੇ ਖਾਨਦਾਨ ਦੇ ਘਰਾਂ 'ਚੋਂ ਹੈ ਜੀ, ਇਹਦੇ ਘਰ ਦੇ ਵਿੱਚ ਤਾਂ ਹਾਥੀ ਬੰਨੇ ਹੋਏ ਆ ਜੀ, ਘੋੜੇ ਬੰਨੇ ਹੋਏ ਆ ਜੀ, ਐ ਕਰਕੇ ਗੱਪ ਮਾਰਨੇ ਆ। ਮਤਲਬ ਨਾਇਕ ਦਾ ਜਸ ਗਾਉਣਾ ਹੈ ਜੀ। ਸੋ ਨਾਇਕ ਪ੍ਰਤੀ ਤਾਂ ਹਮਾਇਤ ਹੋਵੇ, ਨਾਇਕ ਦਾ ਜਸ ਐਵੇਂ ਗਾਉਣਾ ਹੈ ਵੀ ਲੋਕੀ ਜਿਹੜੇ ਪੜ੍ਹਨ ਵਾਲੇ ਆ, ਮੇਰੇ ਵਰਗੇ ਤੁਹਾਡੇ ਵਰਗੇ, ਉਹ ਨਾਇਕ ਪ੍ਰਤੀ ਤਾਂ ਹਮਾਇਤ ਕਰਨ ਵੀ ਯਾਰ ਜਿਹੜਾ ਇਸ ਵਾਰ ਦਾ ਜਿਹੜਾ ਨਾਇਕ ਹੈ ਨਾ, ਐਕਟਰ, ਯਾਰ ਬਹੁਤ ਕਮਾਲ ਦਾ ਬੰਦਾ ਹੈ, ਇਹਨੂੰ ਫੋਲੋ ਕਰਨਾ ਚਾਹੀਦਾ ਆਪਾਂ ਨੂੰ, ਇਹਦੇ 'ਚ ਬਹੁਤ ਗੁਣ ਹੈ ਜੀ, ਓਜਸਵੀ ਤੇਜਸਵੀ ਇਸ ਤਰ੍ਹਾਂ ਦੇ ਗੁਣ ਹੋਣੇ ਚਾਹੀਦੇ ਆ, ਪੂਰਾ ਖਤਰਨਾਕ ਹੋਣਾ ਚਾਹੀਦਾ, ਨਾਇਕ ਪ੍ਰਤੀ ਹਮਾਇਤ ਹੋਣੀ ਚਾਹੀਦੀ ਹੈ। ਜਿਹੜਾ ਪੜ੍ਹਨ ਵਾਲਾ ਹੈ, ਵਾਰ ਨੂੰ ਜਿਹੜਾ ਪੜ੍ਹੇ ਜਾਂ ਵਾਰ ਨੂੰ ਸੁਣੇ, ਉਹ ਕੀ ਕਰੇ ਵੀ ਨਾਇਕ ਪ੍ਰਤੀ ਹਮਾਇਤ ਵਿਖਾਵੇ, ਆਪਣੀ ਨਾਇਕ ਦਾ ਪੱਖ ਲਵੇ। ਦੂਸਰੀ ਗੱਲ, ਪ੍ਰਤੀ ਨਾਇਕ ਪ੍ਰਤੀ ਤਿਰਸਕਾਰ, ਅਤੇ ਜਿਹੜਾ ਵਾਰ ਦੇ ਵਿੱਚ ਗੁੰਡਾ ਹੈ, ਵਿਲਨ ਹੈ, ਉਹਦੇ ਪ੍ਰਤੀ ਤਿਰਸਕਾਰ ਦੀ ਭਾਵਨਾ ਉਹਦੇ ਮਨ ਦੇ ਵਿੱਚ ਪੈਦਾ ਹੋਣੀ ਚਾਹੀਦੀ ਹੈ। ਇਸ ਪ੍ਰਕਾਰ ਦੇ ਨਾਲ ਉਹਨੇ ਨਾਇਕ ਦਾ ਜਸ ਗਾਉਣਾ ਹੈ ਇੱਕ ਵਾਰ ਦੇ ਵਿੱਚ। ਆਹ ਪਹਿਲਾਂ ਗੱਲਾਂ ਸੁਣ ਲਓ, ਫਿਰ ਆਪਾਂ ਵਾਰ ਦੇ 2-3 ਵਾਰਾਂ ਲਿਖ ਕੇ ਮੈਂ ਸਮਝਾ ਦੂੰਗਾ ਵੀ ਦੇਖੋ ਵਾਰ ਕਿਹੜੀ ਵੀਰ ਰਸੀ ਵਾਰ ਹੈ, ਕਿਹੜੀ ਅਧਿਆਤਮਕ ਆ, ਆਪਾਂ 2 ਵਾਰਾਂ ਦੇ ਵਿੱਚ ਨਿਬੇੜ ਦਾਂਗੇ। ਉਸ ਤੋਂ ਬਾਅਦ ਹੋ ਗਿਆ ਜੀ ਛੰਦ ਵਿਧਾਨ। ਵਾਰ ਦੇ ਵਾਸਤੇ ਕਿਹੜਾ ਛੰਦ ਜ਼ਰੂਰੀ ਹੈ ਜੀ, ਤੁਸੀਂ ਕਿਉਂ ਜੀ ਪੌੜੀ ਛੰਦ, ਪੌੜੀ ਛੰਦ ਹੈ ਜੀ ਇੱਕ। ਹੁਣ ਪੌੜੀ ਹੈ ਨਾ ਹੋਵੇ ਸਰ, ਪੌੜੀ ਹੈ ਐਵੇਂ ਪ੍ਰਸ਼ਨ ਆ ਜੇ ਤਾਂ ਤੁਸੀਂ ਕਹੋ ਸਰ ਪੌੜੀ ਉਹ ਜਿਹੜੀ ਕੋਠੇ 'ਤੇ ਚੜਾਉਣ ਵਾਲੀ ਉਹ ਹੁੰਦੀ ਹੈ ਪੌੜੀ, ਐਵੇਂ ਨਾ ਕਰ ਦਿਓ ਕਿਤੇ, ਆਪਾਂ ਕੋਠੇ 'ਤੇ ਚੜ੍ਹਦੇ ਪੇੜੀ ਲਾਉਂਦੇ ਆ ਨਾ, ਉਹ ਨਹੀਂ ਗੀ। ਸੋ ਪੌੜੀ ਛੰਦ ਹੈ ਜੀ। ਛੰਦ ਵਿਧਾਨ ਦੇ ਵਿੱਚ ਕੀ ਹੈ ਕਿ ਵਾਰ ਲਿਖਣੀ ਕਿਹੜੇ ਛੰਦ ਦੇ ਵਿੱਚ ਹੈ, ਉਹ ਲਿਖਣੀ ਹੈ ਜੀ ਪੌੜੀ ਛੰਦ ਦੇ ਵਿੱਚ। ਹੁਣ ਛੰਦਾਂ ਦੀ ਮਾਤਰਾ ਆਪਾਂ ਗਿਣਤੀ ਕਰਨੀ ਸਿੱਖ ਲਈ ਹੈ ਜੀ। ਪੌੜੀ ਛੰਦ ਹੈ ਜਿਹੜਾ ਉਹ 3 ਪ੍ਰਕਾਰ ਨਾਲ ਲਿਖਿਆ ਜਾਂਦਾ ਹੈ ਜੀ। ਇੱਕ ਤਾਂ ਮਾਤਰਾ ਹੁੰਦੀ ਹੈ 21 ਮਾਤਰਾ ਵਾਲਾ, ਜਿਹਦੇ ਵਿੱਚ ਪਹਿਲਾ ਵਿਸ਼ਰਾਮ 12 ਤੇ ਦੂਜਾ 9 ਤੇ। ਦੂਸਰਾ ਪੌੜੀ ਛੰਦ 22 ਮਾਤਰਾ ਵਾਲਾ, ਜਿਹਦੇ ਵਿੱਚ ਪਹਿਲਾ ਵਿਸ਼ਰਾਮ 12 ਤੇ ਦੂਜਾ 10 ਤੇ। ਤੀਸਰਾ ਛੰਦ 23 ਮਾਤਰਾ ਵਾਲਾ, ਜਿਹਦੇ ਵਿੱਚ ਪਹਿਲਾ ਵਿਸ਼ਰਾਮ 14 ਤੇ 9 ਤੇ। ਅੱਛਾ, ਪੌੜੀ ਛੰਦ 2 ਤਰੀਕੇ ਨਾਲ ਲਿਖਿਆ ਜਾਂਦਾ ਸੀ ਜੀ। ਇਸ ਕਰਕੇ ਪੌੜੀ ਛੰਦ ਦੇ ਅੱਗੇ 2 ਨਾਮ ਲਿਖਤੇ ਜੀ। ਇੱਕ ਤਾਂ ਲਿਖਤਾ ਜੀ ਨਿਸ਼ਾਨੀ ਛੰਦ, ਤੇ ਇੱਕ ਹੁੰਦਾ ਹੈ ਜੀ ਸਿਰਖੰਡੀ ਛੰਦ। ਹੁਣ ਤੁਸੀਂ ਇੱਕ ਗੱਲ ਧਿਆਨ ਦੇ ਵਿੱਚ ਰੱਖਿਓ, ਟੱਕਰ ਤਾਂ ਹੈ ਵਾਰ ਦੀ ਆਤਮਾ। ਇਹਦਾ ਮਤਲਬ ਕੀ ਹੈ ਕਿ ਵਾਰ ਦਾ ਸਰੀਰ ਵੀ ਕੋਈ ਚੀਜ਼ ਹੋਊਗੀ, ਹੈ ਨਾ। ਵਾਰ ਦਾ ਸਰੀਰ ਹੈ ਪੌੜੀ, ਪੌੜੀ ਹੈ ਜਿਹੜੀ ਉਹ ਵਾਰ ਦਾ ਸਰੀਰ ਜਾਂ ਕਲੇਵਰ ਜਾਂ ਪਿੰਡਾ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। ਜੇ ਪੁੱਛ ਲਵੇ ਵੀ ਵਾਰ ਦਾ ਸਰੀਰ ਕੀ ਹੈ, ਤੁਸੀਂ ਕਹਿਣਾ ਜੀ ਪੌੜੀ। ਪੌੜੀ ਕੀ ਹੈ ਜੀ, ਛੰਦ। ਪੌੜੀ ਛੰਦ ਅੱਗੇ 2 ਛੰਦਾਂ ਦੇ ਵਿੱਚ ਲਿਖਿਆ ਜਾਂਦਾ ਹੈ ਜੀ। 2 ਪ੍ਰਕਾਰ ਦੇ ਨਾਲ ਲਿਖ ਸਕਦੇ ਹਾਂ ਜੀ। ਇੱਕ ਤਾਂ ਨਿਸ਼ਾਨੀ ਛੰਦ ਤੇ ਇੱਕ ਹੁੰਦਾ ਜੀ ਸਿਰਖੰਡੀ ਛੰਦ। ਇਹਨਾਂ ਦੇ ਇੱਕ ਵਾਰੀ ਨਾਮ ਲਿਖ ਲਓ। ਜੇ ਪੁੱਛ ਲੈ ਵੀ ਜਿਹੜੀ ਵਾਰ ਹੈ ਉਹ ਕਿਹੜੇ ਛੰਦ ਦੇ ਵਿੱਚ ਰਚੀ ਜਾਂਦੀ ਹੈ, ਤੁਸੀਂ ਕਿਹੋ ਜੀ ਪੌੜੀ ਛੰਦ। ਪੌੜੀ ਛੰਦ ਅੱਗੇ 2 ਰੂਪਾਂ ਦੇ ਵਿੱਚ ਵਰਤਿਆ ਜਾਂਦਾ ਜੀ, ਇੱਕ ਨਿਸ਼ਾਨੀ ਤੇ ਇੱਕ ਸਿਰਖੰਡੀ। ਇਹ ਵੀ ਛੰਦਾਂ ਦੇ ਨਾਮ ਹੈ, ਬਸ ਪੌੜੀ ਛੰਦ ਦੇ ਭੇਦ ਆ ਅੱਗੇ। ਸੋ ਇਹ ਨਿਸ਼ਾਨੀ ਛੰਦ ਤੇ ਸਿਰਖੰਡੀ, ਇਹਦਾ ਵੀ ਆਪਾਂ ਇੱਕ ਉਦਾਹਰਣ ਲਿਖ ਲਾਂਗੇ, ਕੋਈ ਗੱਲ ਨਹੀਂ, ਅਜੇ ਕੋਈ ਪ੍ਰੋਬਲਮ ਨਹੀਂ। ਹੁਣ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਪੌੜੀ ਹੈ ਜਿਹੜੀ ਉਹ ਵਾਰ ਦਾ ਪਿੰਡਾ ਹੈ। ਦੇਖੋ ਜੀ ਵਾਰ ਕਿਸੇ ਵੀ ਛੰਦ ਦੇ ਵਿੱਚ ਲਿਖ ਸਕਦੇ ਹਾਂ, ਕੋਈ ਦਿੱਕਤ ਨਹੀਂ, ਲਿਖੀ ਵੀ ਹੈ ਬਹੁਤ ਕਵੀਆਂ ਨੇ, ਪਰ ਵਾਰ ਹਮੇਸ਼ਾ ਪੌੜੀ ਛੰਦ ਦੇ ਵਿੱਚ ਹੀ ਲਿਖੀ ਜਾਣੀ ਚਾਹੀਦੀ ਹੈ, ਕਿਉਂਕਿ ਵਾਰ ਦੇ ਵਿੱਚ ਜਿਹੜੀ ਟੱਕਰ ਹੈ ਉਹਨੂੰ ਦਰਸਾਉਣ ਵਾਸਤੇ ਪੌੜੀ ਛੰਦ ਤੋਂ ਬਿਹਤਰ ਕੋਈ ਛੰਦ ਨਹੀਂ ਹੈ। ਇਸ ਕਰਕੇ ਜੇ ਤੁਹਾਨੂੰ ਪੁੱਛ ਲੈ ਵੀ ਵਾਰ ਹੈ ਜਿਹੜੀ ਉਹ ਬਈ ਕਿਹੜੇ ਛੰਦ 'ਚ ਲਿਖਣੀ ਚਾਹੀਦੀ ਹੈ, ਤੁਸੀਂ ਕਿਹੋ ਜੀ ਪੌੜੀ ਛੰਦ ਦੇ ਵਿੱਚ ਲਿਖਣੀ ਚਾਹੀਦੀ ਹੈ। ਉਹਦੇ ਵਿੱਚ ਅੱਗੇ ਛੰਦਾਂ ਦੇ, ਉਹ ਪੌੜੀ ਛੰਦ ਦੇ ਅੱਗੇ ਭੇਦ ਹੈ ਜੀ, ਇੱਕ ਨਿਸ਼ਾਨੀ
ਇੱਕ ਸਿਰਖੰਡੀ। ਇਹਦੇ ਮੈਂ ਦੋ ਉਦਾਹਰਣ ਲਿਖ ਦੂੰਗਾ ਤੇ ਦੋਵੇਂ ਦੱਸ ਦੂੰਗਾ ਵੀ ਕਿਹੜਾ ਛੰਦ ਨਿਸ਼ਾਨੀ ਹੈ ਤੇ ਕਿਹੜਾ ਸਿਰਖੰਡੀ ਹੈ। ਹਾਲਾਂਕਿ ਸਮਝਾਉਣ ਦੀ ਲੋੜ ਨਹੀਂਗੀ, ਪਰ ਫਿਰ ਵੀ ਆਪਾਂ ਵਾਰ ਦੇ ਦੋ ਕੁ ਉਦਾਹਰਣ ਵੇਖਾਂਗੇ ਨਾ। ਉਸ ਤੋਂ ਬਾਅਦ ਹੈ ਜੀ ਰਸ ਤੇ ਅਲੰਕਾਰ। ਹੁਣ ਵਾਰ ਲਿਖਣੀ ਹੈ ਤੇ ਇਹ ਵੀ ਪਤਾ ਹੋਣਾ ਚਾਹੀਦਾ ਵੀ ਰਸ ਤੇ ਅਲੰਕਾਰ ਕਿਹੜੇ ਕਿਹੜੇ ਆ। ਹੁਣ ਇੱਕ ਗੱਲ ਧਿਆਨ ਦੇ ਵਿੱਚ ਰੱਖਿਓ ਕਿ ਜਿਹੜੀ ਸਾਡੀ ਅਧਿਆਤਮਿਕ ਵਾਰ ਹੈ ਉਹਦੇ ਵਿੱਚ ਵੀ ਨਾਇਕ ਦਾ ਜਸ ਗਾਉਣਾ ਹੀ ਆਪਾਂ, ਹੈ ਨਾ। ਪਰਮਾਤਮਾ ਦਾ ਸੰਬੰਧ ਨੇਕੀ ਨਾਲ ਹੈ ਨਾ। ਤੇ ਜਿਹੜਾ ਦੂਸਰਾ ਮਤਲਬ ਜਿਹਨੂੰ ਆਪਾਂ ਪਰਮਾਤਮਾ ਦਾ ਵਿਰੋਧੀ ਧਿਰ ਕਹਿ ਦਿੰਦੇ ਹਾਂ, ਹੈ ਨਾ, ਉਹ ਹੈਗੀ ਹੈ ਬਦੀ, ਬੁਰੇ ਕੰਮ। ਉਹਦੇ ਵਿੱਚ ਵੀ ਜਸ ਗਾਉਣ ਦੀ ਗੱਲ ਹੈ। ਦੂਸਰਾ ਛੰਦ ਵਿਧਾਨ ਦੇ ਵਿੱਚ ਜਿਹੜੀ ਕੋਈ ਵੀ ਵਾਰ ਹੈ, ਭਾਵੇਂ ਬੀਰ ਰਸੀ ਵਾਰ ਹੈ, ਭਾਵੇਂ ਲੋਕ ਵਾਰ ਹੈ, ਭਾਵੇਂ ਅਧਿਆਤਮਿਕ ਵਾਰ ਹੈ, ਕੋਈ ਵੀ ਵਾਰ ਲਿਖੀ ਆ ਜੇ ਉਹ ਹਮੇਸ਼ਾ ਪੌੜੀ ਛੰਦ ਦੇ ਵਿੱਚ ਹੀ ਲਿਖੀ ਜਾਂਦੀ ਹੈ। ਤੇ ਇਹਦੇ ਵਿੱਚ ਕੀ ਹੈ, ਨਿਸ਼ਾਨੀ ਤੇ ਸਿਰਖੰਡੀ ਛੰਦ ਦੀ ਵਰਤੋਂ ਹੁੰਦੀ ਹੈ। ਇਹ ਤੁਸੀਂ ਧਿਆਨ ਵਿੱਚ ਰੱਖ ਲਿਓ, ਚਾਹੇ ਬੀਰ ਰਸੀ ਵਾਰ ਤੁਸੀਂ ਪੜ੍ਹ ਰਹੇ ਹੋ, ਚਾਹੇ ਅਧਿਆਤਮਿਕ ਵਾਰ। ਤੇ ਵਾਰਾਂ ਦੇ ਵਿੱਚ ਛੰਦ ਜਿਹੜਾ ਉਹ ਪੌੜੀ ਛੰਦ ਹੀ ਹੁੰਦਾ ਹੈ। ਰਸ ਤੇ ਅਲੰਕਾਰ ਦੀ ਗੱਲ ਕਰਦਾ ਜੀ, ਦੇਖੋ ਜੇ ਤਾਂ ਬੀਰ ਰਸੀ ਵਾਰ ਲਿਖੀ ਹੋਈ ਹੈ, ਜੰਗ ਯੁੱਧ ਦੇ ਨਾਲ ਸੰਬੰਧਿਤ ਵਾਰ ਲਿਖੀ ਹੋਈ ਹੈ, ਤਾਂ ਉਹਦੇ ਵਿੱਚ ਕਿਹੜਾ ਰਸ ਹੋਵੇਗਾ ਜੀ, ਵੀਰ ਰਸ ਹੋਵੇਗਾ। ਬਿਲਕੁਲ ਹੋਵੇਗਾ ਨਾ ਜੀ ਵੀਰ ਰਸ। ਵੀਰ ਰਸ ਦੇ ਨਾਲ ਨਾਲ ਹੁਣ ਦੇਖੋ ਜੀ ਜੰਗ ਯੁੱਧ ਦਾ ਤਾਂ ਵਰਣਨ ਹੋਣਾ ਹੈ ਨਾ, ਉਹਦੇ ਵਿੱਚ ਮੁੱਖ ਰੂਪ ਦੇ ਵਿੱਚ ਕਿਹੜਾ ਰਸ ਹੋਵੇਗਾ, ਵੀਰ ਰਸ। ਆਪਾਂ ਗੱਲ ਕੀਤੀ ਸੀ ਨਾ ਵੀਰ ਰਸ ਦੀ। ਸੋ ਵੀਰ ਰਸ ਦੇ ਵਿੱਚ ਹੋਵੇਗਾ ਤਾਂ ਇਹਦਾ ਸਥਾਈ ਭਾਵ ਹੈ ਉਤਸ਼ਾਹ, ਹੈ ਨਾ। ਸੋ ਜੰਗ ਜਦੋਂ ਲੜਨੀ ਹੈ ਤਾਂ ਉਦੋਂ ਉਤਸ਼ਾਹ ਹੋਣਾ ਚਾਹੀਦਾ ਹੈ। ਉਤਸ਼ਾਹ ਵਾਸਤੇ ਉਹਦੇ ਵਾਸਤੇ ਵੀਰ ਰਸ ਦੀ ਵਰਤੋਂ ਕਰਦੇ ਆ ਜੀ। ਸੋ ਤੁਸੀਂ ਜੇ ਤੁਹਾਨੂੰ ਪੁੱਛ ਲਏ ਵੀ ਜਿਹੜੀ ਕਵਿਤਾ, ਜਿਹੜੀ ਵਾਰ ਹੈ, ਲੋਕ ਵਾਰ ਹੈ ਜਾਂ ਵੀਰ ਰਸੀ ਵਾਰ ਹੈ, ਜੋ ਵਾਰ ਹੈ ਉਹ ਕਿਹੜੇ ਛੰਦ, ਕਿਹੜੇ ਰਸ ਵਿੱਚ ਹੁੰਦੀ ਹੈ, ਤੁਸੀਂ ਕਹੋ ਜੀ ਵੀਰ ਰਸੀ ਵਾਰ ਹੁੰਦੀ ਹੈ ਉਹ। ਉਹਦੇ ਵਿੱਚ ਨਾਲ ਨਾਲ ਕਿਹੜੇ ਰਸ ਹੋਰ, ਇੱਕ ਰੌਦਰ ਰਸ, ਇੱਕ ਵਿਭਤਸ ਤੇ ਇੱਕ ਭਿਆਨਕ ਰਸ ਦੀ ਵੀ ਵਰਤੋਂ ਹੁੰਦੀ ਹੈ। ਜੰਗ ਯੁੱਧ ਦਾ ਹੈਗਾ ਹੈ ਨਾ ਮਾਹੌਲ। ਜੰਗ ਯੁੱਧ ਦੇ ਵਿੱਚ ਦੇਖੋ ਜੀ ਗੁੱਸਾ ਵੀ ਆਉਂਦਾ ਹੈ, ਲੜਾਈ ਦੇ ਵਿੱਚ ਗੁੱਸਾ ਆਉਣਾ ਵੀ ਬਹੁਤ ਜ਼ਰੂਰੀ ਹੈ। ਐ ਨਾ ਹੋਵੇ ਅਗਲਾ ਮਾਰ ਕੇ ਭਾਜੇ, ਤੁਸੀਂ ਐਂ ਖੜੇ ਰਹੋ, ਧਿਆਨ ਰੱਖਿਓ। ਵਿਭਤਸ ਰਸ ਵੀ ਹੋਊਗਾ, ਹੈ ਨਾ, ਲੜਾਈ ਦੇ ਵਿੱਚ ਮਾਰ ਕਾਟ ਤਾਂ ਹੋਊਗੀ, ਹੈ ਨਾ। ਕਿਤੇ ਆਪਣੇ ਕਿਸੇ ਦੀ ਖੋਪੜੀ ਵੀ ਭੱਜੀ ਹੋਊਗੀ, ਕਿਸੇ ਦੀਆਂ ਲੱਤਾਂ ਵੀ ਟੁੱਟਣਗੀਆਂ, ਕਿਸੇ ਦੇ ਬਰਛਾ ਵੀ ਆਰ ਪਾਰ ਲੰਘ ਜੂਗਾ, ਬੜਾ ਕੁਛ ਹੋਣਾ। ਸੋ ਇਸ ਕਰਕੇ ਵਿਭਤਸ ਰਸ ਵੀ ਹੈ, ਭਿਆਨਕ ਰਸ ਵੀ ਹੋਊਗਾ, ਹੈ ਨਾ। ਡਰਾਉਣੇ ਸੀਨ ਵੀ ਹੋਣਗੇ ਲੜਾਈ ਦੇ ਵਿੱਚ, ਇਹ ਵੀ ਹੋਊਗਾ। ਦੇਖੋ ਜੀ ਜੇ ਤਾਂ ਹੈਗੀ ਆ ਵੀਰ ਰਸੀ ਵਾਰ ਤਾਂ ਫਿਰ ਹੋਊਗਾ ਵੀਰ ਰਸ, ਉਹਦੇ ਨਾਲ ਨਾਲ ਰੌਦਰ, ਵਿਭਤਸ ਤੇ ਭਿਆਨਕ ਰਸ ਹੋਊਗਾ। ਪਰ ਜੇ ਲਿਖੀ ਆ ਜੀ ਅਧਿਆਤਮਕ ਵਾਰ ਲਿਖੀ ਹੋਈ ਹੈ ਜਿਹਦੇ ਵਿੱਚ ਨੇਕੀ ਅਤੇ ਬਦੀ ਦੀ ਜੰਗ, ਭਾਵ ਸਾਡੇ ਮਨ ਦੇ ਵਿੱਚ ਚੰਗੇ ਅਤੇ ਮਾੜੇ ਦੀ ਜੰਗ ਜਿਹੜੀ ਚੱਲ ਰਹੀ ਹੈ, ਅਸੀਂ ਆਪਣੇ ਮਾੜੇ ਬੰਦੇ ਦੇ ਵਿੱਚ ਦੋ ਗੁਣ ਹੁੰਦੇ ਆ ਜੀ। ਇੱਕ ਬੰਦਾ ਹੁੰਦਾ ਮਾੜਾ, ਇੱਕ ਮਾੜੇ ਗੁਣ ਹੁੰਦੇ ਆ, ਇੱਕ ਚੰਗੇ ਗੁਣ ਹੁੰਦੇ ਆ। ਦੋਵਾਂ ਦੀ ਆਪਸ ਦੇ ਵਿੱਚ ਜੰਗ ਚੱਲ ਰਹੀ ਹੈ ਤੇ ਉਹਨੂੰ ਵਾਰਾਂ ਦੇ ਵਿੱਚ ਦੱਸਿਆ ਗਿਆ ਜੀ। ਉਸ ਵਾਰ ਦਾ ਨਾਮ ਹੈ ਅਧਿਆਤਮਕ ਵਾਰ। ਤੁਸੀਂ ਕਹੋਗੇ ਵੀ ਸਰ ਜਿਹੜੀ ਵੀਰ ਰਸੀ ਜਾਂ ਲੋਕ ਵਾਰ ਹੈ ਉਹਦਾ ਰਸਤਾ ਹੋ ਗਿਆ ਕਿਹੜਾ, ਵੀਰ ਰਸ। ਪਰ ਅਧਿਆਤਮਕ ਵਾਰ ਕਿਹੜੇ ਰਸ ਦੇ ਵਿੱਚ ਲਿਖੀ ਜਾਂਦੀ ਹੈ ਜੀ, ਉਹਦੇ ਵਾਸਤੇ ਕਿਹੜਾ ਹੈ ਜੀ, ਸਾਡਾ ਸ਼ਾਂਤ ਰਸ। ਆਪਾਂ ਗੱਲ ਕੀਤੀ ਸੀ ਜਦੋਂ ਆਪਾਂ ਸ਼ਾਂਤ ਰਸ ਪੜ੍ਹਿਆ ਸੀ, ਉਦੋਂ ਆਪਾਂ ਕੀ ਗੱਲ ਕੀਤੀ ਸੀ ਕਿ ਜਿਹੜੀਆਂ ਅਧਿਆਤਮਕ ਤੇ ਰਹੱਸਮਈ ਕਵਿਤਾਵਾਂ ਹੁੰਦੀਆਂ ਹਨ ਉਹ ਹਮੇਸ਼ਾ ਸ਼ਾਂਤ ਰਸ ਦੇ ਵਿੱਚ ਲਿਖੀਆਂ ਜਾਂਦੀਆਂ ਹਨ। ਸੋ ਇਸ ਕਰਕੇ ਅਧਿਆਤਮਕ ਕਵਿਤਾ ਦਾ ਸੰਬੰਧ ਹੈ ਜੀ ਸਾਡੇ ਸ਼ਾਂਤ ਰਸ ਦੇ ਨਾਲ। ਹੁਣ ਗੱਲ ਕਰਦੇ ਆ ਜੀ ਇਤਿਹਾਸਕਤਾ ਦੀ। ਬਸ ਤੁਸੀਂ ਧਿਆਨ ਵਿੱਚ ਰੱਖਣੀਆਂ ਮੂਲ ਗੱਲਾਂ ਹੈ, ਇਹਨਾਂ ਦੇ ਵਿੱਚੋਂ ਹੀ ਪ੍ਰਸ਼ਨ ਆਉਣਾ, ਦੇਖ ਲਿਓ। ਇਤਿਹਾਸਕਤਾ ਦੇ ਵਿੱਚ ਕੀ ਵਾਰ ਹੈ ਜਿਹੜੀ ਕਿ ਉਹ ਇਤਿਹਾਸਕ ਹੋ ਸਕਦੀ ਹੈ ਕਿ ਮਿਥਿਹਾਸਕ ਹੋ ਸਕਦੀ ਹੈ, ਕਿ ਉਹ ਰਿਐਲਿਟੀ ਦੇ ਉੱਪਰ ਆਧਾਰਿਤ ਹੋ ਸਕਦੀ ਹੈ ਜਾਂ ਫੈਂਟੇਸੀ ਕਾਲਪਨਿਕ ਹੋ ਸਕਦੀ ਹੈ, ਕਲਪਨਾ ਦੇ ਉੱਪਰ ਆਧਾਰਿਤ ਹੋ ਸਕਦੀ ਹੈ। ਸੋ ਇਹਦੇ ਵਿੱਚ ਤੁਸੀਂ ਧਿਆਨ ਦੇ ਵਿੱਚ ਰੱਖਣਾ ਵਾਰ ਹੈ ਜਿਹੜੀ ਉਹ ਇਤਿਹਾਸਕ ਵੀ ਹੋ ਸਕਦੀ ਹੈ ਤੇ ਮਿਥਿਹਾਸਕ ਵੀ ਹੋ ਸਕਦੀ ਹੈ, ਦੋਨੋਂ ਹੋ ਸਕਦੀ ਹੈ। ਅਗਰ ਤਾਂ ਦੇਖੋ ਕੋਈ ਇਤਿਹਾਸਕ ਯੁੱਧ ਹੋਇਆ ਉਹਦੇ ਬਾਰੇ ਵਾਰ ਲਿਖੀ ਗਈ ਹੈ ਤਾਂ ਉਹ ਤਾਂ ਹੋਗੀ ਸਾਡੀ ਇਤਿਹਾਸਕ ਵਾਰ। ਤੇ ਜੇ ਕੋਈ ਮੰਨ ਲਓ ਯੁੱਧ ਨਹੀਂ ਹੋਇਆ, ਕਲਪਨਾ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਤਾਂ ਉਹ ਸਾਡੀ ਹੋਗੀ ਮਿਥਿਹਾਸਿਕ ਵਾਰ, ਭਾਵ ਜਿਹੜੀ ਕਲਪਨਾ ਨਾਲ ਸੰਬੰਧਿਤ ਹੋਈ ਹੋਵੇ, ਜਿਹੜੀ ਫੈਂਟਸੀ ਕਲਪਨਾ ਦੇ ਵਿੱਚ ਹੋਈ ਹੋਵੇ, ਉਹਨੂੰ ਆਪਾਂ ਕਹਿ ਦਿੰਦੇ ਹਾਂ ਮਿਥਿਹਾਸਕ। ਇਤਿਹਾਸਕ ਦਾ ਵਿਰੋਧੀ ਸ਼ਬਦ ਹੈ ਮਿਥਿਹਾਸਕ, ਹੈ ਨਾ। ਸੋ ਇਤਿਹਾਸਕ ਤੇ ਮਿਥਿਹਾਸਕ ਦੋਨੋਂ। ਹੁਣ ਤੁਸੀਂ ਕਹੋਗੇ ਵੀ ਸਰ ਉਦਾਹਰਣ ਦਿਓ ਇਹਦੇ ਪੰਜਾਬੀ ਦੇ ਵਿੱਚੋਂ, ਵੀ ਇਤਿਹਾਸਕ ਵਾਰ ਦਾ ਵੀ ਉਦਾਹਰਣ ਦਿਓ ਤੇ ਮਿਥਿਹਾਸਕ ਵਾਰ ਦਾ ਵੀ ਉਦਾਹਰਣ ਦਿਓ। ਬਹੁਤ ਸੋਹਣਾ ਸਵਾਲ ਕੀਤਾ ਜੀ ਤੁਸੀਂ। ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਰਚੀ ਹੈ ਚੰਡੀ ਦੀ ਵਾਰ। ਚੰਡੀ ਦੀ ਵਾਰ ਦੇ ਵਿੱਚ ਕੀ ਹੈ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਜਿਹੜੀ ਰਚੀ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਦੀ ਰਚਨਾ ਕੀਤੀ ਹੈ, ਉਹ ਇੱਕ ਮਿਥਿਹਾਸਕ ਵਾਰ ਹੈ। ਮਿਥਿਹਾਸਕ
ਮਿਥਿਹਾਸਕ ਹੈ, ਕਲਪਨਾ ਦੇ ਉੱਪਰ ਆਧਾਰਿਤ ਹੈ, ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦੁਰਗਾ ਮਾਤਾ ਜਿਹੜੀ ਹੈ ਨਾ, ਦੁਰਗਾ ਵਰਸੇਜ ਲਿਖੀ ਹੈ ਆਪਾਂ, ਦੁਰਗਾ ਅਤੇ ਮਹਿਖਾਸੁਰ ਰਾਖਸ਼, ਜਿਹਨੂੰ ਤੁਸੀਂ ਕਹਿੰਦੇ ਆ ਮਹਿਖਾਸੁਰ ਰਾਖਸ਼ ਦੇ ਵਿਚਕਾਰ ਯੁੱਧ ਦਾ ਵਰਣਨ ਕੀਤਾ ਹੈ। ਇਹ ਵੀਰ ਰਸੀ ਵਾਰ ਦਾ ਇੱਕ ਉੱਤਮ ਨਮੂਨਾ ਹੈ। ਜਿਹੜੀ ਚੰਡੀ ਦੀ ਵਾਰ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ। ਇਹ ਇੱਕ ਮਿਥਿਹਾਸਕ ਵਾਰ ਲਿਖੀ ਹੋਈ ਹੈ, ਕਿਉਂਕਿ ਦੇਖੋ ਜੀ ਦੁਰਗਾ ਤੇ ਮਹਿਖਾਸੁਰ ਦਾ ਜਿਹੜਾ ਯੁੱਧ ਹੈ ਉਸ ਆਪਾਂ ਨੂੰ ਤਾਂ ਪਤਾ ਹੀ ਨਹੀਂ, ਇਤਿਹਾਸ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਹੋਇਆ ਹੈ ਕਿ ਨਹੀਂ ਹੋਇਆ, ਇਸ ਕਰਕੇ ਇਹਨੂੰ ਮਿਥਿਹਾਸਕ ਮੰਨਿਆ ਗਿਆ ਹੈ, ਕਾਲਪਨਿਕ ਮੰਨਿਆ ਗਿਆ ਹੈ। ਸੋ ਦੁਰਗਾ ਵਰਸੇਜ ਮਹਿਖਾਸੁਰ ਵਾਲਾ ਜਿਹੜਾ ਯੁੱਧ ਹੋਇਆ ਹੈ ਉਹਦੇ ਵਿੱਚ ਇਹ ਇੱਕ ਮਿਥਿਹਾਸਕ ਵਾਰ ਹੈ। ਹੁਣ ਤੁਸੀਂ ਕਹੋਗੇ ਸਰ ਇਤਿਹਾਸਕ ਵਾਰ ਦਾ ਐਗਜ਼ਾਮਪਲ ਦਿਓ ਜੀ। ਲਓ ਜੀ, ਇਤਿਹਾਸਕ ਵਾਰ ਦਾ ਨਜਾਬਤ ਕਵੀ ਨੇ ਵਾਰ ਲਿਖੀ ਹੈ ਜੀ, ਨਜਾਬਤ ਨੇ। ਉਹ ਵਾਰ ਦਾ ਨਾਮ ਹੈ ਨਾਦਰ ਸ਼ਾਹ ਦੀ ਵਾਰ। ਨਾਦਰ ਸ਼ਾਹ ਦੀ ਵਾਰ ਮੈਂ ਇੱਥੇ ਹੀ ਲਿਖ ਦਿੰਦਾ ਜੀ, ਨਾਦਰ ਸ਼ਾਹ ਦੀ ਵਾਰ ਲਿਖੀ ਹੈ ਜੀ। ਉਹਦੇ ਵਿੱਚ ਉਹਨੇ ਕੀ ਕੀਤਾ ਹੈ ਕਿ ਨਜਾਬਤ ਦੀ ਵਾਰ ਦੇ ਵਿੱਚ 1739 ਦੇ ਵਿੱਚ ਭਾਰਤ ਦੇ ਉੱਪਰ ਇੱਕ ਹਮਲਾ ਹੁੰਦਾ ਹੈ ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਦਾ। ਉਦੋਂ ਸਾਡਾ ਭਾਰਤ ਦਾ ਜਿਹੜਾ ਮੁਗਲ ਸ਼ਾਸਕ ਹੈ ਉਹ ਹੈਗਾ ਮੁਹੰਮਦ ਸ਼ਾਹ ਰੰਗੀਲਾ। ਸੋ 1739 ਦੇ ਵਿੱਚ ਇਹ ਜਿਹੜੇ ਹੋਈ ਹੈ, ਸੋ ਇਹ ਨਜਾਬਤ ਦੀ ਜਿਹੜੀ ਨਾਦਰ ਸ਼ਾਹ ਦੀ ਵਾਰ ਹੈ ਇਹ ਹੋ ਗਈ ਨਾ ਇਤਿਹਾਸਕ ਵਾਰ, ਹਿਸਟੋਰੀਕਲ ਹੋ ਗਈ ਕਿ ਨਹੀਂ? ਕਿਉਂਕਿ 1739 ਦੇ ਵਿੱਚ ਈਰਾਨ ਦਾ ਜਿਹੜਾ ਬਾਦਸ਼ਾਹ ਹੈ ਨਾਦਰ ਸ਼ਾਹ 1739 ਦੇ ਵਿੱਚ ਈਰਾਨ ਤੋਂ ਚੜ੍ਹ ਕੇ ਆਉਂਦਾ ਹੈ ਭਾਰਤ ਦੇ ਉੱਪਰ, ਅਤੇ ਉਦੋਂ ਭਾਰਤ ਦਾ ਰਾਜਾ ਹੈ ਜਿਹੜਾ ਮੁਹੰਮਦ ਸ਼ਾਹ ਰੰਗੀਲਾ, ਜਿਹਨੂੰ ਕਹਿ ਦਿੰਦੇ ਆ ਅਯਾਸ਼ ਰਾਜਾ ਬਹੁਤ। ਉਹ ਜਿਹੜਾ ਹੈ ਉਹਨਾਂ ਦੇ ਵਿਚਕਾਰ ਜਿਹੜੀ ਲੜਾਈ ਹੁੰਦੀ ਆ ਉਹਦਾ ਵਰਣਨ ਹੈ। ਸੋ ਇਹ ਹੋ ਗਈ ਇਤਿਹਾਸਕ ਵਾਰ ਅਤੇ ਉਹ ਹੋ ਗਈ ਮਿਥਿਹਾਸਕ ਵਾਰ। ਸੋ ਇਹਦਾ ਮਤਲਬ ਹੈ ਕਿ ਵਾਰ ਹੈ ਜਿਹੜੀ ਉਹ ਇਤਿਹਾਸਕ ਵੀ ਹੋ ਸਕਦੀ ਹੈ ਅਤੇ ਮਿਥਿਹਾਸਕ ਵੀ ਹੋ ਸਕਦੀ ਹੈ। ਉਸ ਤੋਂ ਬਾਅਦ ਹੈ ਜੀ ਭਾਸ਼ਾ। ਦੇਖੋ ਜੀ ਜਿਹੜੀ ਸਾਡੀ ਪੰਜਾਬੀ ਦੀ ਵਾਰ ਹੈ ਉਹ ਲੋਕ ਕਾਵਿ ਰੂਪ ਦੇ ਵਜੋਂ ਇੱਕ ਪ੍ਰਸਿੱਧ ਹੋਈ ਹੈ। ਲੋਕ ਵਾਰ ਦੀ ਮੈਂ ਗੱਲ ਕੀਤੀ ਹੈ ਕਿ ਲੋਕ ਵਾਰ ਉਹਨੂੰ ਕਹਿੰਦੇ ਆ ਕਿ ਜਿਹੜੀ ਵਾਰ ਦੀ ਰਚਨਾ ਜਨ ਸਧਾਰਨ ਨੇ ਕੀਤੀ ਹੋਵੇ। ਇਸ ਕਰਕੇ ਭਾਸ਼ਾ ਜਿਹੜੀ ਉਹ ਕਿਸੇ ਵੀ ਵਾਰ ਦੀ ਉਹ ਸਧਾਰਨ ਬੋਲਚਾਲ ਦੀ ਭਾਸ਼ਾ ਹੋਣੀ ਚਾਹੀਦੀ ਹੈ। ਤੁਸੀਂ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਹੈ। ਟਕਸਾਲੀ ਵਗੈਰਾ ਭਾਸ਼ਾ ਜਾਂ ਕੋਈ ਵੀ ਐਵੇਂ ਕਵੇ ਵੀ ਲਹਿੰਦੀ ਭਾਸ਼ਾ ਦੀ ਵਰਤੋਂ ਕਰਨੀ ਹੈ ਕਿ ਮਾਝੇ ਦੀ, ਨਹੀਂ ਜੀ, ਬਿਲਕੁਲ ਨਹੀਂ। ਉਹਦੇ ਵਿੱਚ ਕੀ ਹੈ ਕਿ ਆਮ ਬੋਲਚਾਲ ਦੀ ਭਾਸ਼ਾ ਜਿਹੜੀ ਸਧਾਰਨ ਆਪਾਂ ਬੋਲੀ ਬੋਲਦੇ ਹਾਂ ਉਸ ਭਾਸ਼ਾ ਦੇ ਵਿੱਚ ਵਾਰ ਹੈ ਜਿਹੜੀ ਉਹ ਲਿਖੀ ਜਾਣੀ ਚਾਹੀਦੀ ਹੈ। ਸੋ ਇਹ ਆਪਾਂ ਵਾਰ ਦੇ ਤੱਤਾਂ ਦੀ ਗੱਲ ਕੀਤੀ ਹੈ ਜੀ, ਜਿਹਦੇ ਵਿੱਚ ਵਸਤੂ ਵਿਧਾਨ, ਮੰਗਲਾਚਰਨ ਅਤੇ ਵਸਤੂ ਵਿਧਾਨ ਦੇ ਵਿੱਚ ਆਪਾਂ ਮੰਗਲਾਚਰਨ, ਕਥਾ ਵਸਤੂ ਅਤੇ ਮਹਾਤਮ ਦੀ ਗੱਲ ਕੀਤੀ ਹੈ। ਉਸ ਤੋਂ ਬਾਅਦ ਨਾਇਕ ਦਾ ਜਸ ਵਰਣਨ ਕਰਨਾ ਹੈ। ਫਿਰ ਛੰਦ ਵਿਧਾਨ ਦੇ ਵਿੱਚ ਆਪਾਂ ਕਿਵੇਂ ਦੇਖਿਆ ਕਿ ਵਾਰ ਦਾ ਜਿਹੜਾ ਪੌੜੀ ਛੰਦ ਹੈ ਉਹ ਵਾਰ ਦਾ ਸਰੀਰ ਹੈ। ਸੋ ਉਹਦੇ ਵਿੱਚ ਨਿਸ਼ਾਨੀ ਅਤੇ ਸਿਰਖੰਡੀ ਛੰਦ ਦੀ ਵਰਤੋਂ ਕਰਨੀ ਹੈ। ਪੌੜੀ ਛੰਦ ਦੇ ਅੱਗੇ ਦੋ ਭੇਦ ਹਨ, ਇੱਕ ਨਿਸ਼ਾਨੀ ਛੰਦ ਅਤੇ ਇੱਕ ਸਿਰਖੰਡੀ ਛੰਦ। ਉਸ ਤੋਂ ਬਾਅਦ ਹੈ ਜੀ ਰਸ ਅਤੇ ਅਲੰਕਾਰ ਕਿਹੜਾ ਯੂਜ ਕਰਨਾ ਹੈ। ਜੇ ਵੀਰ ਰਸੀ ਜਾਂ ਲੋਕ ਵਾਰ ਹੈ ਤਾਂ ਹੋ ਜੂਗਾ ਜੀ ਵੀਰ ਰਸ, ਜੇ ਅਧਿਆਤਮਕ ਵਾਰ ਹੈ ਤਾਂ ਹੋ ਜੂਗਾ ਸਾਡਾ ਸ਼ਾਂਤ ਰਸ। ਉਸ ਤੋਂ ਬਾਅਦ ਦੇਖੋ ਜੀ ਇਤਿਹਾਸਕਤਾ ਵਾਰ ਜੀ ਦੋਨੋਂ ਪ੍ਰਕਾਰ ਦੀ ਹੋ ਸਕਦੀ ਹੈ, ਇਤਿਹਾਸਕ ਵੀ ਹੋ ਸਕਦੀ ਹੈ ਅਤੇ ਮਿਥਿਹਾਸਕ ਵੀ। ਇਤਿਹਾਸਕ ਵਾਰ ਦਾ ਉਦਾਹਰਣ ਮੈਂ ਦੇਤਾ ਹੈ ਜੀ ਇੱਥੇ 1739 ਦੇ ਵਿੱਚ ਨਾਦਰ ਸ਼ਾਹ ਵਰਸੇਜ ਮੁਹੰਮਦ ਸ਼ਾਹ ਰੰਗੀਲਾ, ਅਤੇ ਜਿਹੜੀ ਇੱਧਰ ਹੈ ਜਿਹੜੀ ਚੰਡੀ ਦੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਉਹ ਹੈਗੀ ਹੈ ਜੀ ਮਿਥਿਹਾਸਕ ਦੁਰਗਾ ਵਰਸੇਜ ਮਹਿਖਾਸੁਰ। ਸੋ ਇਹ ਹੈ ਜਿਹੜੀ ਇਹ ਸਾਡਾ ਵਾਰ ਹੈ। ਹੁਣ ਆਪਾਂ ਕੋਈ ਉਦਾਹਰਨਾਂ ਵੇਖਦੇ ਹਾਂ ਜੀ ਵਾਰਾਂ ਦੀਆਂ। ਲਓ ਜੀ 3 ਉਦਾਹਰਣ ਮੈਂ ਤੁਹਾਡੇ ਸਾਹਮਣੇ ਲਿਖਤੇ ਆ ਵਾਰਾਂ ਦੇ, ਅਤੇ ਇਹਦੇ ਵਿੱਚ ਹੈ ਜੀ ਆਹ ਪੌੜੀ ਛੰਦ ਹੈ ਜੀ, ਦੇਖੋ ਕਿਵੇਂ ਲਿਖਿਆ ਜਾਂਦਾ ਇਹਨੂੰ, ਅਤੇ ਪੜ੍ਹਨ ਦਾ ਤਰੀਕਾ ਵੇਖ ਲਓ ਜੀ। ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਾਖਸ਼ ਰਣੋ ਨਾ ਭੱਜਣ ਰੋਹੇ ਰੋਹਲੇ, ਸ਼ੀਹਾਂ ਵਾਂਗੂ ਗੱਜਣ ਸਭੇ ਸੂਰਮੇ, ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ। ਇਹ ਹੈ ਸਿਰਖੰਡੀ ਛੰਦ ਅਤੇ ਆਹ ਹੈਗਾ ਜੀ ਨਿਸ਼ਾਨੀ ਛੰਦ। ਹੁਣ ਤੁਸੀਂ ਕਹੋਗੇ ਸਾਰੇ ਸਿਰਖੰਡੀ ਛੰਦ ਕਿਵੇਂ ਹੈ ਅਤੇ ਆਹ ਨਿਸ਼ਾਨੀ ਛੰਦ ਕਿਵੇਂ ਹੈ। ਸਭ ਤੋਂ ਪਹਿਲਾਂ ਇਹ ਤਾਂ ਗੱਲ ਪਤਾ ਲੱਗੀ ਨਾ, ਪੌੜੀ ਜਿਹੜਾ ਛੰਦ ਹੈ ਉਹਦਾ ਮੈਂ ਛੰਦ ਵਿਧਾਨ ਤੁਹਾਨੂੰ ਦੱਸਦਾ, ਤਰੀਕਾ ਵੀ ਕਿਵੇਂ ਹੁੰਦਾ ਹੈ ਨਾ, ਮਾਤਰਾ ਦਾ ਦੱਸਦਾ ਤੁਹਾਨੂੰ ਸਾਰਾ ਕੁਛ, ਬਸ ਮਾੜਾ ਜਿਹਾ ਮਾਤਰਾ ਦਾ ਧਿਆਨ ਰੱਖਣਾ ਹੈ। ਹੁਣ ਇਹਦੇ ਵਿੱਚ ਦੇਖ ਲਓ ਜੀ, ਇਹ ਸਾਡਾ ਸਿਰਖੰਡੀ ਹੈ ਜੀ,
ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਜਿਹੜੀ ਮਿਥਿਹਾਸਕ ਵਾਰ ਹੈ, ਮਿਥਿਹਾਸਕ ਜਿਹੜੀ ਹੈਗੀ ਆ ਦੁਰਗਾ ਵਰਸਜ ਮਹਿਖਾਸੁਰ, ਉਹਦੇ ਆ ਜੀ ਦੋਨੋਂ ਉਦਾਹਰਣ। ਇਹ ਕਿਹੜੀ ਵਾਰ ਹੈ ਫਿਰ? ਵੀਰ ਰਸੀ ਵਾਰ ਹੈ। ਸੋ ਇਹਦੇ ਵਿੱਚ ਕਿਹੜਾ ਹੈ ਜੀ? ਵੀਰ ਰਸ ਹੈ ਜੀ। ਉਸ ਤੋਂ ਬਾਅਦ ਆ ਹੈ ਜੀ ਸਾਡਾ ਨਿਸ਼ਾਨੀ ਛੰਦ। ਨਿਸ਼ਾਨੀ ਛੰਦ ਦੇਖੋ ਜੀ, ਦੋਵਾਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ ਜੀ। ਸਿਰ ਖੰਡੀ ਛੰਦ ਦੇ ਵਿੱਚ ਵਿਸ਼ਰਾਮ ਹੈ ਜਿਹੜਾ ਉਹ ਜਿਹੜੀ 17 ਹੁੰਦੀਆਂ ਹਨ ਉਹਨਾਂ ਦੇ ਵਿਚਾਲੇ ਹੁੰਦਾ ਹੈ। ਲਾਸਟ ਦੇ ਵਿੱਚ ਤੁਕਾਂਤ ਦੇ ਵਿੱਚ ਜਿਹੜਾ ਕੀ ਹੈ, ਇਹਦੇ ਵਿੱਚ ਕਹਿਣ ਦਾ ਮਤਲਬ ਕੀ ਹੈ ਕਿ ਜਿਹੜਾ ਤੁਕਾਂਤ ਮੇਲ ਹੁੰਦਾ ਹੈ, ਤੁਕਾਂ ਦਾ ਆਪਸ ਦੇ ਵਿੱਚ, ਕਾਫੀਏ ਰਦੀਫ ਦਾ ਆਪਸ ਦੇ ਵਿੱਚ ਮੇਲ ਹੁੰਦਾ ਹੈ ਨਾ ਸ਼ਬਦਾਂ ਦਾ, ਉਹ ਹੈ ਜਿਹੜਾ ਉਹ ਵਿਚਾਲੇ ਹੁੰਦਾ ਹੈ। ਕਹਿਣ ਦਾ ਮਤਲਬ ਵਿਸ਼ਰਾਮ ਨਹੀਂ, ਸੌਰੀ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਕਿ ਜਿਹੜਾ ਤੁਕਾਂਤ ਮੇਲ ਹੁੰਦਾ ਹੈ ਉਹ ਵਿਚਾਲੇ ਹੁੰਦਾ ਹੈ। ਲਾਸਟ ਦੇ ਵਿੱਚ ਦੇਖ ਲਓ ਤੁਕਾਂਤ ਮੇਲ ਨਹੀਂ ਹੈਗਾ, ਸਾਹਮਣੇ ਹੈ। ਉਸ ਤੋਂ ਬਾਅਦ ਰੋਲੇ, ਸੂਰਮੇ, ਫਿਰ ਸਾਹਮਣੇ। ਇਹਦੇ ਵਿੱਚ ਕੀ ਹੈ ਕਿ ਤੁਕਾਂਤ ਮੇਲ ਨਹੀਂ ਹੈ, ਪਰ ਇਹਦੇ 'ਚ ਹੈ ਜੀ ਦੇਖੋ ਵੱਜਣ, ਭੱਜਣ, ਗੱਜਣ, ਛੱਡਣ, ਇੱਕੋ ਜਿਹੇ ਸ਼ਬਦ ਆ ਰਹੇ ਹਨ, ਇਹਨੂੰ ਕਹਿੰਦੇ ਆ ਤੁਕਾਂਤ ਮੇਲ। ਸਿਰ ਖੰਡੀ ਛੰਦ ਦਾ ਹੈਗਾ ਜਿਹੜਾ ਤੁਕਾਂਤ ਮੇਲ ਉਹ ਵਿਚਾਲੇ ਹੈ, ਅਤੇ ਨਿਸ਼ਾਨੀ ਛੰਦ ਦਾ ਜਿਹੜਾ ਉਹ ਆਖਰ ਦੇ ਵਿੱਚ ਹੈ ਜੀ। ਆਲੇ ਆਲੇ ਟਾਲੇ ਕਾਲੇ। ਹੁਣ ਦੇਖ ਲਓ ਜੀ, ਲੱਖ ਨਗਾਰੇ ਵੱਜਣ ਆਮੋ ਸਾਹਮਣੇ। ਜਦੋਂ ਜੰਗ ਸ਼ੁਰੂ ਹੁੰਦੀ ਹੈ ਉਸ ਤੋਂ ਪਹਿਲਾਂ ਇੱਕ ਨਗਾਰਾ ਵਜਾਇਆ ਜਾਂਦਾ, ਬਹੁਤ ਵੱਡਾ ਨਗਾਰਾ ਵਜਾ ਕੇ ਦੱਸਿਆ ਜਾਂਦਾ ਵੀ ਲਓ ਜੀ ਜੰਗ ਸ਼ੁਰੂ ਹੋਣ ਲੱਗੀ ਆ। ਰਾਖਸ਼ ਰਣੋ ਨਾ ਭੱਜਣ ਰੋਹੇ ਰੋਲੇ। ਰਾਖਸ਼ ਆ ਜਿਹੜੇ ਉਹ ਬਹੁਤ ਗੁੱਸੇ ਦੇ ਵਿੱਚ ਆ, ਉਹ ਕਹਿੰਦੇ ਅਸੀਂ ਰਾਣ ਛੱਡ ਕੇ, ਮੈਦਾਨ ਛੱਡ ਕੇ ਨਹੀਂ ਜਾਣਾ। ਸਿੰਘਾਂ ਵਾਂਗੂ ਗੱਜਣ ਸਭੇ ਸੂਰਮੇ। ਸਿੰਘਾਂ ਸ਼ੇਰ ਵਾਂਗੂ ਸਾਰੇ ਗੱਜਦੇ ਆ ਸੂਰਮੇ। ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ। ਕੈਬਰ ਮਤਲਬ ਤੀਰ, ਉਹ ਤਣ ਤਣ ਕੇ ਤੀਰ ਛੱਡਦੇ ਆ ਦੁਰਗਾ ਦੇ ਸਾਹਮਣੇ। ਹੁਣ ਆਹ ਦੇਖ ਲਓ ਜੀ, ਉਖਲੀਆਂ ਨਾਸਾਂ ਜਿਨ੍ਹਾਂ ਮੋਹ ਜਾਪਨ ਆਲੇ, ਜਿਨ੍ਹਾਂ ਦੀਆਂ ਉਖਲੀ ਵਰਗੀਆਂ ਨਾਸਾਂ। ਰਾਖਸ਼ਾਂ ਦੇ ਵੇਖ ਲਓ ਚਿਹਰੇ ਕਿਵੇਂ ਦੇ ਆ, ਮੋਹ ਜਾਪਨ ਆਲੇ, ਆਲਿਆਂ ਵਰਗੇ ਮੂੰਹ ਆ ਉਹਨਾਂ ਦੇ। ਧਾਏ ਦੇਵੀ ਸਾਹਮਣੇ ਵੀਰ ਮੁੱਛੜੀ ਵਾਲੇ, ਮੁੱਛਾਂ ਵਾਲੇ ਸੂਰਮੇ ਦੇਵੀ ਦੇ ਸਾਹਮਣੇ। ਸੁਰਪਤ ਜਿਹੇ ਲੜ ਹਟੇ। ਸੁਰਪਤ ਇੰਦਰ ਦੇਵਤੇ ਨੂੰ ਕਹਿੰਦੇ ਆ ਜਿਹੜੇ ਲੜ ਹਟੇ। ਮਤਲਬ ਕੀ ਹੈ ਕਿ ਮਹਿਕਾਸੁਰ ਵਰਗੇ ਰਾਖਸ਼ ਨੇ ਇੰਦਰ ਦੇਵਤੇ ਨੂੰ ਵੀ ਹਰਾਤਾ ਸੀਗਾ। ਤਾਂ ਸੁਰਪਤ ਜਿਹੇ ਉਹ ਲੜ ਕੇ ਹਟ ਗਏ। ਵੀਰ ਟਲੇ ਨਾ ਟਾਲੇ, ਵੀ ਸੂਰਮੇ ਆ ਜਿਹੜੇ ਉਹ ਟਾਲਿਆਂ ਨਹੀਂ ਟਲਦੇ ਗੇ। ਗੱਜੇ ਦੁਰਗਾ ਘੇਰ ਕੇ ਜਣ ਘਣੀਅਰ ਕਾਲੇ। ਦੁਰਗਾ ਨੂੰ ਘੇਰ ਕੇ, ਦੁਰਗਾ ਮਾਤਾ ਨੂੰ ਘੇਰ ਕੇ ਜਿਹੜੇ ਰਾਖਸ਼ ਆ ਉਹ ਐਵੇਂ ਗੱਜਦੇ ਆ ਜਿਵੇਂ ਕਾਲੇ ਬੱਦਲ ਗੱਜਦੇ ਹੋਣ। ਇਹ ਹੈ ਜਿਹੜੀ ਇਹ ਇੱਕ ਮਿਥਿਹਾਸਕ ਵਾਰ ਹੈ। ਲਓ ਜੀ, ਹੁਣ ਇੱਕ ਜਿਹੜਾ ਇਹ ਭਾਈ ਗੁਰਦਾਸ ਦੀ ਰਚਨਾ ਹੈ, ਇਹ ਹੈ ਜੀ ਸਾਡੀ ਅਧਿਆਤਮਕ ਵਾਰ ਦਾ ਇਹ ਉਦਾਹਰਣ ਹੈ ਜੀ। ਆਹ ਤਾਂ ਹੈਗਾ ਵੀਰ ਰਸੀ ਵਾਰ। ਆਹ ਉਦਾਹਰਣ ਹੈ ਜਿਹੜਾ ਦੋਸਤੋ, ਇਹ ਹੈ ਸਾਡਾ ਅਧਿਆਤਮਕ ਵਾਰ, ਜਿਹੜੀ ਕਿਹੜੇ ਰਸ ਦੇ ਵਿੱਚ ਲਿਖੀ ਜਾਂਦੀ ਹੈ ਜੀ? ਸਾਡੀ ਸ਼ਾਂਤ ਰਸ ਦੇ ਵਿੱਚ ਲਿਖੀ ਜਾਂਦੀ ਹੈ ਜੀ ਅਧਿਆਤਮਕ ਵਾਰ। ਠੀਕ ਹੈ ਜੀ। ਹੁਣ ਦੇਖ ਲਓ ਜੀ, ਇਹ ਵੀ ਪੌੜੀ ਛੰਦ ਦੇ ਵਿੱਚ ਲਿਖੀ ਗਈ ਹੈ ਜੀ, ਕਿਉਂਕਿ ਵਾਰ ਹੈ ਜਿਹੜੀ ਉਹ ਪੌੜੀ ਛੰਦ ਦੇ ਵਿੱਚ ਹੀ ਲਿਖੀ ਜਾਊਗੀ। ਉਹਦੇ ਵੀ ਅੱਗੇ ਦੋ ਛੰਦ ਵਿਧਾਨ ਹੈ, ਸਿਰਖੰਡੀ ਤੇ ਨਿਸ਼ਾਨੀ। ਲਓ ਜੀ, ਇਹਦੇ ਵਿੱਚ ਕੀ ਹੈ? ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ, ਨਾ ਤਿਸ ਭਾਰੇ ਕੋਟਗੜ੍ਹ ਘਰ ਬਾਰ ਦਸੰਦੇ, ਨਾ ਤਿਸ ਭਾਰੇ ਸ਼ਾਇਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ, ਭਾਰੇ ਪੋਈ ਅਕਿਰਤ ਘਣ ਮੰਦੀ ਹੂੰ ਮੰਦੇ। ਅਕਿਰਤ ਘਣ ਜਿਹੜਾ ਕਿਸੇ ਦੇ ਕੀਤੇ ਉਪਕਾਰ ਨੂੰ ਨਾ ਜਾਣੇ, ਉਹਦੇ ਬਾਰੇ ਗੱਲ ਕੀਤੀ ਹੈ ਜੀ। ਸੋ ਇਹ ਨੇਕੀ ਤੇ ਬਦੀ ਦੀ ਜੰਗ ਹੈ। ਇਹਦੇ ਵਿੱਚ ਕੀ ਦੱਸਿਆ ਹੈ ਕਿ ਦੁਨੀਆ ਦੇ ਉੱਤੇ ਦੇਖੋ ਜੀ ਬਹੁਤ ਸਾਰੇ ਪਰਬਤ ਨੇ ਧਰਤੀ ਦੇ ਉੱਪਰ, ਅਸਮਾਨ ਦੇ ਨਾਲ ਜਿਹੜੇ ਟੱਚ ਹੁੰਦੇ ਨੇ, ਅਸਮਾਨ ਦੇ ਨਾਲ ਖਹਿੰਦੇ ਨੇ, ਉਹਨਾਂ ਨੂੰ ਦੇਖੋ ਜੀ ਉਹਦਾ ਧਰਤੀ ਵਧੀਆ ਭਾਰ ਚੱਲ ਲੈਂਦੀ ਹੈ। ਨਾ ਤਿਸ ਭਾਰੇ ਕੋਟ ਗੜ੍ਹ, ਕਰੋੜਾਂ ਹੀ ਗੜ੍ਹ ਜਿਹੜੇ ਬਣੇ ਹੋਏ ਨੇ ਦੁਨੀਆ 'ਤੇ, ਜਿਨ੍ਹਾਂ ਦੇ ਉੱਪਰ ਆਪਾਂ ਚੜ੍ਹ ਜਾਈਏ ਤਾਂ ਸਾਡੇ ਘਰ-ਬਾਰ ਦਿਸਣ ਲੱਗ ਜਾਂਦੇ ਆ ਲੋਕਾਂ ਦੇ। ਨਾ ਤਿਸ ਭਾਰੇ ਸ਼ਾਇਰਾਂ, ਸ਼ਾਇਰ ਭਾਵ ਸਮੁੰਦਰ। ਦੁਨੀਆ ਦੇ ਉੱਪਰ ਦੇਖੋ ਜੀ ਕਿੰਨੇ ਸਮੁੰਦਰ ਨੇ ਜਿਨ੍ਹਾਂ ਦੇ ਵਿੱਚ ਨਦੀਆਂ ਜਿਹੜੀਆਂ ਉਹ ਸਮਾ ਜਾਂਦੀਆਂ ਨੇ, ਉਹ ਵੀ ਧਰਤੀ ਨੂੰ ਭਾਰੇ ਨਹੀਂ ਲੱਗਦੇ। ਨਾ ਤਿਸ ਭਾਰੇ ਤਰਵਰਾਂ, ਦੇਖੋ ਜੀ ਕਿੰਨੇ ਦਰਖਤ ਨੇ ਦੁਨੀਆ 'ਤੇ, ਕਿੰਨੀ ਬਨਸਪਤੀ ਹੈ, ਕਿੰਨੇ ਫਲ ਲੱਗੇ ਨੇ, ਕਿੰਨੇ ਅੱਗੇ ਪੇੜ ਪੌਦੇ ਨੇ, ਹੈ ਨਾ, ਉਹ ਵੀ ਧਰਤੀ ਨੂੰ ਭਾਰੇ ਨਹੀਂ ਲੱਗਦੇ। ਨਾ ਤਿਸ ਭਾਰੇ ਜੀ ਜੰਤ, ਦੁਨੀਆ ਦੇ ਉੱਪਰ ਕਿੰਨੇ ਜੀਵ ਜੰਤੂ ਫਿਰਦੇ ਆ ਧਰਤੀ 'ਤੇ, ਅਣਗਿਣਤੀ ਹੈ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ, ਉਹ ਵੀ ਧਰਤੀ ਨੂੰ ਭਾਰੇ ਨਹੀਂ ਲੱਗਦੇ। ਪਰ ਧਰਤੀ ਨੂੰ ਕਿਹੜੀ ਚੀਜ਼ ਆ ਭਾਰੀ ਲੱਗਦੀ ਆ? ਉਹ ਹੈਗੇ ਆ ਅਕਿਰਤ ਘਣ ਲੋਕ, ਜਿਹੜੇ ਕਿਸੇ ਦੇ ਕੀਤੇ ਉਪਕਾਰ ਨੂੰ ਨਹੀਂ ਜਾਣਦੇ, ਉਹ ਧਰਤੀ ਨੂੰ ਭਾਰੇ ਲੱਗਦੇ ਆ ਅਤੇ ਉਹ ਮੰਦੇ ਤੋਂ ਵੀ ਮੰਦੇ ਆ, ਭੈੜੇ ਤੋਂ ਵੀ ਭੈੜੇ ਆ। ਸੋ ਇਹ ਕੀ ਹੈ? ਇੱਕ ਇਹਦੇ ਵਿੱਚ ਦੇਖੋ ਜੀ ਇੱਕ ਅਧਿਆਤਮਿਕਤਾ ਵਾਲੀ ਵਾਰ ਹੈ। ਇਹਦੇ ਵਿੱਚ ਸ਼ਾਂਤ ਰਸ ਦਾ ਇਹ ਨਮੂਨਾ ਪੇਸ਼ ਕੀਤਾ ਗਿਆ ਹੈ।
ਇਹ ਹੈ ਜੀ ਦੋਸਤੋ ਸਾਡਾ ਵਾਰ ਸਾਹਿਤ ਦਾ ਰੂਪ ਜਿਹੜਾ ਆਪਾਂ ਪੜ੍ਹਿਆ ਹੈ। ਅਗਲੀ ਜਮਾਤ ਦੇ ਵਿੱਚ ਗੱਲ ਕਰਾਂਗੇ ਵੀ ਜੀ ਕਿੱਸੇ ਦੀ, ਕਿੱਸੇ ਦੇ ਬਾਰੇ ਉਹਦੇ ਚਿੱਠੇ ਖੋਲਾਂਗੇ ਵੀ ਕਿੱਸਾ ਕਿਹਨੂੰ ਕਹਿੰਦੇ ਆ ਜੀ। ਸੋ ਦੋਸਤੋ ਛੇਤੀ ਮਿਲਦੇ ਆ ਜੀ। ਰੱਬ ਰਾਖਾ, ਮਿਹਰਬਾਨੀ।